ਮਹਿੰਜੇ ਤਰਸ ਦੇ ਕਾਦ ਪਸੀ ਦੀਦਾਰ। ਤੇਰੇ ਕਵਨ ਕਵਨ ਗੁਣ ਕਹਿ ਗਾਵਾ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ। ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ। ਮੇਰਾ ਦੁਖ ਸੁਖ ਤੁਝ ਹੀ ਪਾਸੇ। ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵੋ। ਗਾਵੋ ਤਾ ਸੋਹਿਲਾ ਘਰ ਸਾਚੈ। ਜਿਥੈ ਸਦਾ ਸੱਚ ਧਿਆਵਹਿ। ਸਚੋ ਧਿਆਵਹਿ ਜਾਂ ਤੁਧ ਪਾਵਹਿ। ਗੁਰਮੁਖ ਜਿਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸ਼ੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੋਹਿਲਾ। ਸੱਚੈ ਘਰ ਗਾਹੇ। ਇਹੋ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸ਼ੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੋਹਿਲਾ। ਸੱਚੈ ਘਰ ਗਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਅਦਤ ਪਾਵਨ ਭਗਤ ਵਸ਼ਲ ਅੰਤਰਜਾਮੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅਮਾਵਸ ਦੇ ਦਿਹਾੜੇ ਤੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ
ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ। ਧੰਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਜੋ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਸ੍ਰੀ ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਅੱਜ ਸਾਧ ਸੰਗਤ ਜੀ ਜੋ ਪਾਵਨ ਪੌੜੀ ਦਾ ਪਾਠ ਅਸੀਂ ਸਰਵਣ ਕੀਤਾ ਹੈ, ਇਹ ਸ੍ਰੀ ਆਨੰਦ ਸਾਹਿਬ ਜੀ ਦੀ 39ਵੀਂ ਪੌੜੀ ਹੈ। ਸ੍ਰੀ ਆਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀਆਂ ਸਾਰੀਆਂ 40 ਪੌੜੀਆਂ ਹਨ। ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ ਜਗਤ ਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਵਿੱਚੋਂ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 3 ਐਸੀਆਂ ਨਗਰੀਆਂ ਹਨ ਜਿਨ੍ਹਾਂ ਵਿੱਚ ਸਾਧ ਸੰਗਤ ਜੀ ਲੰਮਾ ਸਮਾਂ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਹੈ। ਸਭ ਤੋਂ ਪਹਿਲੀ ਨਗਰੀ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ, ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਆਪਾਂ ਸ੍ਰੀ ਨਨਕਾਣਾ ਸਾਹਿਬ ਜੀ ਦੇ ਨਾਮ ਨਾਲ ਯਾਦ ਕਰਦੇ ਹਾਂ, ਔਰ ਜਿਸ ਦੇ ਖੁੱਲੇ ਦਰਸ਼ਨ ਦੀਦਾਰ ਵਾਸਤੇ ਹਰ ਰੋਜ਼ ਅਰਦਾਸ ਬੇਨਤੀ ਵੀ ਕੀਤੀ ਜਾਂਦੀ ਹੈ। ਸਤਿਗੁਰੂ ਜੀ ਨੇ ਕੱਤਕ ਮਹੀਨੇ ਦੀ ਪੂਰਨਮਾਸ਼ੀ 1526 ਬਿਕਰਮੀ ਸੰਮਤ 1469 ਈਸਵੀ ਸਨ ਨੂੰ ਬੇਦੀ ਕੁਲ ਦੇ ਅੰਦਰ ਧੰਨ ਧੰਨ ਪਿਤਾ ਮਹਿਤਾ ਕਲਿਆਣ ਚੰਦ ਜੀ, ਧੰਨ ਧੰਨ ਮਾਤਾ ਤ੍ਰਿਪਤਾ ਜੀ, ਤਿਨਾਂ ਦੇ ਗ੍ਰਹਿ ਵਿਖੇ ਪ੍ਰਕਾਸ਼ ਧਾਰਿਆ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ, ਜਿਹ ਸਿੱਖਹਿ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਗਰੀਬ ਨਵਾਜ ਸਾਹਿਬ ਜੀ ਨੇ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕੀਤਾ, ਸੰਸਾਰ ਦੀ ਕਲਿਆਣ ਹਿੱਤ, ਜੀਵਾਂ ਦੇ ਭਲੇ ਵਾਸਤੇ, ਸੰਸਾਰ ਨੂੰ ਸਤ ਸੰਗਤ ਦੀ ਦਾਤ ਦੇਣ ਵਾਸਤੇ, ਸੰਸਾਰ ਦੇ ਜੀਵਾਂ ਨੂੰ ਨਾਮ ਬਾਣੀ ਨਾਲ ਜੋੜਨ ਵਾਸਤੇ ਮਹਾਰਾਜ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ। ਨਿਰਗੁਣ ਆਪ ਸਰਗੁਣ ਭਿਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਜੋਤੀ ਸਰੂਪ ਪਰਮੇਸ਼ਰ ਨੇ ਆਪ ਗੁਰੂ ਨਾਨਕ ਸਾਹਿਬ ਕਹਾਇਆ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਸ ਵਾਹਿਗੁਰੂ ਜੀ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦਾ ਵਾਸਾ ਹੈ, ਉਸ ਪ੍ਰਭੂ ਨੇ ਗੁਰੂ ਨਾਨਕ ਸਾਹਿਬ ਰੂਪ ਦੇ ਵਿੱਚ ਸੰਸਾਰ ਦੀ ਕਲਿਆਣ ਹਿੱਤ ਪ੍ਰਕਾਸ਼ ਧਾਰਨ ਕੀਤਾ ਹੈ। ਮਨੁੱਖਾ ਸਰੂਪ ਧਾਰਿਆ, ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਔਰ ਗਰੀਬ ਨਵਾਜ ਸਾਹਿਬ ਜੀ ਨੇ ਬਚਪਨ ਦੇ 15 ਸਾਲ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ। ਰਾਏ ਭੋਏ ਦੀ ਤਲਵੰਡੀ ਨੂੰ, ਉਹਨਾਂ ਗਲੀਆਂ ਨੂੰ ਭਾਗ ਲਾਏ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਵਰਤਾਈਆਂ। ਕਦੀ ਗੋਪਾਲ ਪਾਂਧੇ ਨੂੰ ਉਪਦੇਸ਼ ਦੇ ਕਰਕੇ ਨਿਹਾਲ ਕਰਨਾ। ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲੇਖਾਰੀ, ਗੁਰ ਪੁਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰਾਵਾਰ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਏ ਤਿੱਥੈ ਹੋਏ ਸੱਚਾ ਨੀਸਾਨ। ਕਦੀ ਮਹਾਰਾਜ ਸਾਹਿਬ ਜੀ ਨੇ ਬ੍ਰਿਜ ਲਾਲ ਪੰਡਤ ਨੂੰ ਉਪਦੇਸ਼ ਦੇ ਕਰਕੇ ਨਿਹਾਲ ਕਰਨਾ। ਕਦੀ ਮੌਲਵੀ ਕੁਤਬਦੀਨ ਨੂੰ ਤਿਲੰਗ ਰਾਗ ਦਾ ਪਹਿਲਾ ਸ਼ਬਦ ਉਚਾਰਨ ਕਰਕੇ ਉਪਦੇਸ਼ ਦੇ ਕੇ
ਬਚਪਨ ਦੇ ਵਿੱਚ ਹੀ ਨਿਹਾਲ ਕਰਨਾ। ਜਾ ਕੇ ਅਰਜ ਗੁਫਤਮ ਪੇਸ ਤੋ ਦਰ ਗੋਸ ਪੁਨ ਕਰਤਾਰ। ਹੱਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ। ਮਮ ਸਰ ਮੂਏ ਅਜਰਾਈਲ ਗਿਰਫਤਹਿ ਦਿਲ ਹੇਚ ਨਾ ਦਾਨੀ ਰਹਾਉ। ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸਤੰਗੀਰ। ਆਖਿਰ ਵਿਅਫਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ। ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ। ਗਾਹੇ ਨਾ ਨੇਕੀ ਕਾਰ ਕਰਦਮ ਅਮੀ ਚਿਨੀ ਅਹਵਾਲ। ਬਦਬਖਤ ਹਮ ਚੋ ਵਕੀਲ ਗਾਫਿਲ ਬੇਨਜ਼ਰ ਬੇਬਾਕ। ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਇਸੇ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਨੇ ਵੈਦ ਹਰਦਾਸ ਨੂੰ ਉਪਦੇਸ਼ ਦੇਣਾ। ਵੈਦ ਬੁਲਾਇਆ ਵੈਦ ਕੀ ਪਕੜ ਢੰਡੋਲੇ ਬਾਹ। ਭੋਲਾ ਵੈਦ ਨਾ ਜਾਣੇ ਕਰਕ ਕਰੇਜੇ ਮਾਹ। ਮਹਾਰਾਜ ਸਾਹਿਬ ਜੀ ਨੇ ਮੱਝਾਂ ਗਾਵਾਂ ਚਾਰਨ ਵਾਸਤੇ ਜਾਣਾ। ਜ਼ਿਮੀਂਦਾਰ ਦਾ ਕਿਆਰਾ ਚਰ ਜਾਣਾ ਮੱਝਾਂ ਨੇ ਪਸ਼ੂਆਂ ਨੇ। ਉਹਨੇ ਰਾਏ ਬੁਲਾਰ ਕੋਲੇ ਜਾ ਕਰਕੇ ਫਰਿਆਦ ਕਰਨੀ। ਰਾਏ ਬੁਲਾਰ ਨੇ ਆਪਣੇ ਆਦਮੀ ਭੇਜਣੇ, ਸਿਪਾਹੀ ਭੇਜਣੇ, ਵੇਖ ਕੇ ਆਓ। ਜਾ ਕੇ ਵੇਖਿਆ ਇੱਕ ਵੀ ਬੂਟਾ ਨਹੀਂ ਖਾਧਾ ਹੋਇਆ, ਇੱਕ ਵੀ ਬੂਟਾ ਨਹੀਂ ਉਜੜਿਆ ਹੈ। ਫਸਲ ਲਹਿ ਲਹਾਉਂਦੀ ਹੈ, ਹਰੀ ਭਰੀ ਹੈ। ਉੱਥੇ ਗੁਰਦੁਆਰਾ ਕਿਆਰਾ ਸਾਹਿਬ ਸੋਭਨੀਕ ਹੈ ਅੱਜ ਕੱਲ੍ਹ। ਇਸੇ ਤਰ੍ਹਾਂ ਇੱਕ ਦਿਨ ਮਹਾਰਾਜ ਸਾਹਿਬ ਜੀ ਮੱਝਾਂ ਗਾਵਾਂ ਚਾਰਦੇ ਹੋਏ ਗਰੀਬ ਨਵਾਜ ਸਾਹਿਬ ਜੀ ਬਰਾਜੇ ਪਏ ਹਨ ਤੇ ਮਹਾਰਾਜ ਦੇ ਚਿਹਰੇ ਤੇ ਧੁੱਪ ਆਉਂਦੀ ਹੈ ਤੇ ਸੱਪ ਆ ਕਰਕੇ ਫਨ ਖਿਲਾਰ ਕੇ ਮਹਾਰਾਜ ਸਾਹਿਬ ਜੀ ਦੇ ਚਿਹਰੇ ਤੇ ਛਾਂ ਕਰਦਾ। ਇਹ ਕੌਤਕ ਵੀ ਰਾਏ ਬੁਲਾਰ ਨੇ ਤੱਕਿਆ ਸੀ। ਘੋੜੀ ਤੋਂ ਉਤਰ ਕੇ ਹੇਠਾਂ ਗਿਆ ਸੀ। ਜਦੋਂ ਨੇੜੇ ਗਿਆ ਜਿਹੜਾ ਸੱਪ ਹੈ ਉਹ ਲਾਗੇ ਫਸਲ ਦੇ ਵਿੱਚ ਵੜ ਜਾਂਦਾ ਹੈ। ਮਹਾਰਾਜ ਸਾਹਿਬ ਜੀ ਉੱਠਦੇ ਹਨ। ਰਾਏ ਬੁਲਾਰ ਗਲ ਵਕੜੀ ਵਿੱਚ ਲੈਂਦਾ ਹੈ, ਮੱਥਾ ਚੁੰਮਦਾ ਹੈ, ਬਹੁਤ ਪਿਆਰ ਕਰਦਾ। ਤੀਜਾ ਕੌਤਕ ਰਾਏ ਬੁਲਾਰ ਨੇ ਹੋਰ ਵੇਖਿਆ ਸੀ। ਇੱਕ ਦਿਨ ਜਾ ਰਿਹਾ ਹੈ, ਮਹਾਰਾਜ ਸਾਹਿਬ ਜੀ ਇੱਕ ਦਰਖਤ ਦੇ ਹੇਠਾਂ ਬਿਰਾਜੇ ਹੋਏ ਆ। ਬਾਕੀ ਸਾਰੇ ਦਰਖਤਾਂ ਦੇ ਪਰਛਾਵੇਂ ਢਲ ਗਏ ਆ ਦੁਪਹਿਰ ਢਲਣ ਤੋਂ, ਪਰ ਉਸ ਦਰਖਤ ਦਾ ਪਰਛਾਵਾਂ ਨਹੀਂ ਢਲਿਆ। ਇਹ ਕੌਤਕ ਵੇਖਿਆ ਰਾਏ ਬੁਲਾਰ ਜੀ ਨੇ ਤਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਪਿਆਰ ਕੀਤਾ ਗੁਰੂ ਸਾਹਿਬ ਜੀ ਨੂੰ। ਔਰ ਉਸ ਰੁੱਖ ਦਾ ਨਾਮ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹੈ ਕਿ ਮਾਲ ਜੀ ਦਾ ਰੁੱਖ, ਜਿਹਦਾ ਪਰਛਾਵਾਂ ਨਹੀਂ ਸੀ ਢਲਿਆ। ਐਸੇ ਹੋਰ ਵੀ ਅਨੇਕਾਂ ਕੌਤਕ ਉਸ ਧਰਤੀ ਤੇ ਕੀਤੇ। ਫਿਰ ਮਹਾਰਾਜ ਸਾਹਿਬ ਜੀ ਰਾਏ ਬੁਲਾਰ ਦੇ ਬੇਨਤੀ ਕਰਨ ਤੋਂ, ਬੇਬੇ ਨਾਨਕੀ ਜੀ ਦੇ ਕਹਿਣ ਤੋਂ, ਭਾਈਆ ਜੈ ਰਾਮ ਜੀ ਦੇ ਬੇਨਤੀ ਕਰਨ ਤੋਂ ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਤਿਗੁਰੂ ਜੀ ਆਉਂਦੇ। 15 ਸਾਲ ਦੀ ਸਰੀਰ ਕਾਰਬਲਾ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਆਏ ਸਾਧ ਸੰਗਤ ਜੀ ਇੱਥੇ ਰਹਿਣ ਵਾਸਤੇ। 15 ਸਾਲ ਦੀ ਉਮਰ ਦੇ ਵਿੱਚ ਬਿਕਰਮੀ ਸੰਬਤ 1541 ਨੂੰ ਮਹਾਰਾਜ ਸਾਹਿਬ ਜੀ ਇੱਥੇ ਆਉਂਦੇ। ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ ਆਉਂਦੇ। ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਇਹ ਦੋਵੇਂ ਗੁਰੂ ਸਾਹਿਬ ਜੀ ਦੇ ਅਨੰਨ ਪਿਆਰੇ ਸਿੱਖ ਸੇਵਕ, ਜਿਨ੍ਹਾਂ ਦੋਨਾਂ ਦਾ ਜਨਮ ਸਥਾਨ ਵੀ ਰਾਏ ਭੋਏ ਦੀ ਤਲਵੰਡੀ ਹੈ। ਭਾਈ ਮਰਦਾਨਾ ਜੀ ਜੋ ਮਰਾਸੀ ਬਰਾਦਰੀ ਦੇ ਵਿੱਚੋਂ ਸਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਵਿੱਚ ਜਿਨ੍ਹਾਂ ਦੇ ਸੰਬੰਧ ਵਿੱਚ ਇਸ ਤਰ੍ਹਾਂ ਲਿਖਿਆ ਹੈ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੀਰਾਸੀ। ਤੇ ਭਾਈ ਬਾਲਾ ਜੀ ਉਹ ਸੰਧੂ ਜੱਟ ਸਨ। ਇਤਿਹਾਸ ਦੇ ਵਿੱਚ ਵਾਰ-ਵਾਰ ਆਇਆ ਹੈ ਬਾਲਾ ਸੰਧੁਰਵਾਜ। ਤਾਂ ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ ਮਹਾਰਾਜ ਸਾਹਿਬ ਜੀ ਇੱਥੇ ਆਉਂਦੇ। ਬੇਬੇ ਨਾਨਕੀ ਜੀ ਇਸ ਨਗਰੀ ਦੇ ਵਿੱਚ ਭਾਈ ਜੈ ਰਾਮ ਜੀ ਦੇ ਨਾਲ ਵਿਆਹੇ ਹੋਏ ਹਨ। ਜੋ ਭਾਈ ਜੈ ਰਾਮ ਜੀ ਸਤਿਕਾਰਯੋਗ ਬਾਬਾ ਪਰਮਾਨੰਦ ਜੀ ਦੇ ਸੁਪੁੱਤਰ ਆ। ਔਰ ਇਹ ਰਿਸ਼ਤਾ ਰਾਏ ਬੁਲਾਰ ਰਾਏ ਭੋਏ ਦੀ ਤਲਵੰਡੀ ਦੇ ਹਾਕਮ ਨੇ ਕਰਵਾਇਆ ਸੀ ਬੇਬੇ ਨਾਨਕੀ ਜੀ ਦਾ। ਕੁਝ ਦਿਨ ਹੋਏ ਆ ਮਹਾਰਾਜ ਸਾਹਿਬ ਜੀ ਨੂੰ ਰਹਿੰਦਿਆਂ ਹੋਇਆਂ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਆਪਣੇ ਵੱਡੇ ਭੈਣ ਜੀ ਦੇ ਪਾਸ
ਬੇਬੇ ਨਾਨਕੀ ਜੀ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਸਰੀਰ ਕਾਰਬਲਾ ਦੇ ਵਿੱਚ 5 ਸਾਲ ਵੱਡੇ ਸਨ ਸਾਧ ਸੰਗਤ ਜੀ। ਮਹਾਰਾਜ ਕਹਿਣ ਲੱਗੇ ਵੀ ਬੇਬੇ ਜੀ ਕੋਈ ਕੰਮਕਾਰ ਕਰਨਾ ਚਾਹੀਦਾ ਹੈ, ਸਾਨੂੰ ਕੋਈ ਕਿਰਤ ਕਰਨਾ ਚਾਹੁੰਦੇ ਹੋ। ਬੇਨਤੀ ਕੀਤੀ ਭਾਈਆ ਜੈ ਰਾਮ ਜੀ ਨੇ ਤੇ ਭੈਣ ਜੀ ਬੇਬੇ ਨਾਨਕੀ ਜੀ ਨੇ ਕਿ ਆਪ ਜੀ ਬੈਠੋ, ਸਿਮਰਨ ਕਰੋ, ਜਪ ਤਪ ਕਰੋ, ਅਸੀਂ ਕੰਮਕਾਰ ਕਰਦੇ ਹਾਂ, ਤੁਸੀਂ ਕਿਉਂ ਕੋਈ ਕੰਮਕਾਰ ਕਰਨਾ। ਭਾਵੇਂ ਬੇਨਤੀ ਕੀਤੀ ਵਾਰ-ਵਾਰ, ਪਰ ਗੁਰੂ ਸਾਹਿਬ ਜੀ ਕਹਿਣ ਲੱਗੇ ਨਹੀਂ, ਅਸੀਂ ਵੀ ਕੋਈ ਕਿਰਤ ਕਰਨਾ ਚਾਹੁੰਦੇ। ਫਿਰ ਭਾਈਆ ਜੈ ਰਾਮ ਜੀ ਨੇ ਦੌਲਤ ਖਾਂ ਲੋਧੀ ਦੇ ਨਾਲ ਗੱਲਬਾਤ ਕਰਕੇ ਉਸ ਦਾ ਮੋਦੀਖਾਨਾ ਮਹਾਰਾਜ ਸਾਹਿਬ ਜੀ ਨੂੰ ਦਿਵਾਇਆ ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਫਿਰ ਮੋਦੀਖਾਨੇ ਦੇ ਵਿੱਚ ਬੈਠਦੇ। ਭਾਈ ਬਾਲਾ ਜੀ ਨਾਲ ਇਹ ਮੋਦੀਖਾਨਾ ਕੋਈ ਛੋਟਾ ਜਿਹਾ ਨਹੀਂ ਸੀ, ਛੋਟੀ ਜੀ ਦੁਕਾਨ ਨਹੀਂ ਸੀ, ਇਹ ਬਹੁਤ ਵੱਡੇ ਗੋਦਾਮ ਸਨ। ਸਾਰੇ ਇਲਾਕੇ ਦੀ ਜਿਹੜੀ ਫਸਲ ਹੈ ਉਹਦਾ ਸਰਕਾਰੀ ਹਿੱਸਾ ਉੱਥੇ ਜਮ੍ਹਾਂ ਹੁੰਦਾ ਸੀ। ਜ਼ਿਮੀਂਦਾਰਾਂ ਨੂੰ ਉਹਨਾਂ ਦਾ ਹਿੱਸਾ ਦੇ ਕਰਕੇ ਸਰਕਾਰੀ ਹਿੱਸਾ ਉਸ ਮੋਦੀਖਾਨੇ ਵਿੱਚ ਜਮ੍ਹਾਂ ਹੋਇਆ ਕਰਦਾ ਸੀ ਔਰ ਉਹਦੇ ਵਿੱਚ ਹਰ ਪ੍ਰਕਾਰ ਦੀ ਰਸਤ ਬਸਤ ਹੋਇਆ ਕਰਦੀ ਸੀ, ਹਰ ਪ੍ਰਕਾਰ ਦਾ ਸੌਦਾ, ਕੱਪੜਿਆਂ ਤੱਕ, ਵਸਤਰਾਂ ਤੱਕ। ਤਾਂ ਦੌਲਤ ਖਾਂ ਲੋਧੀ ਦੀ ਜਿਹੜੀ ਫੌਜ ਸੀ ਉਹ ਵੀ ਰਸਤ ਬਸਤ ਉੱਥੋਂ ਹੀ ਲਿਆ ਕਰਦੀ ਸੀ, ਮੋਦੀਖਾਨੇ ਦੇ ਵਿੱਚੋਂ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮੋਦੀਖਾਨੇ ਵਿੱਚ ਬੈਠੇ ਆ। ਭਾਈ ਬਾਲਾ ਜੀ ਗੁਰੂ ਕੇ ਪਿਆਰੇ ਸਿੱਖ, ਬਚਪਨ ਦੇ ਸਾਥੀ, ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਮਿੱਤਰ ਕਹਿ ਕੇ ਸੰਬੋਧਨ ਕੀਤਾ ਕਿ ਭਾਈ ਬਾਲਿਆ ਤੂੰ ਸਾਡਾ ਮਿੱਤਰ ਹੈ। ਤਾਂ ਮਹਾਰਾਜ ਸਾਹਿਬ ਜੀ ਨੂੰ ਚੀਜ਼ ਵਸਤ ਭਾਈ ਬਾਲਾ ਜੀ ਫੜਾਉਂਦੇ ਆ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਲ ਕੇ ਅੱਗੇ ਦਿੰਦੇ ਹਨ। ਜੀਵਾਂ ਦੀਆਂ ਝੋਲੀਆਂ ਭਰਦੇ ਆ। ਜਿਨ੍ਹਾਂ ਕੋਲੇ ਕੋਈ ਪੈਸੇ ਨਹੀਂ ਵੀ ਹੈਗੇ ਸੌਦਾ ਖਰੀਦਣ ਵਾਸਤੇ, ਰਸਤ ਬਸਤ ਖਰੀਦਣ ਵਾਸਤੇ, ਉਹਨਾਂ ਨੂੰ ਵੀ ਦੇ ਦਿੰਦੇ ਆ ਸੌਦਾ। ਮਹਾਰਾਜ ਦੀ ਮਹਿਮਾ ਦਿਨੋਂ ਦਿਨੀ ਵੱਧਦੀ ਜਾਂਦੀ ਹੈ। ਕਹਿੰਦੇ ਆ ਵੀ ਐਸਾ ਮੋਦੀਖਾਨੇ ਦੇ ਵਿੱਚ ਮੋਦੀ ਬੈਠਾ ਹੈ ਵੀ ਜਿਹਦੇ ਕੋਲੇ ਪੈਸੇ ਹੈਗੇ ਉਹਨੂੰ ਤਾਂ ਸੌਦਾ ਮਿਲਦਾ ਹੀ ਹੈ, ਜਿਹਦੇ ਕੋਲੇ ਪੈਸੇ ਨਹੀਂ ਹੈਗੇ ਉਹਨੂੰ ਵੀ ਸੌਦਾ ਦੇ ਦਿੰਦੇ। ਫਿਰ ਤਾਂ ਰੋਜ਼ ਲੈਣਾ ਲੱਗਣੀਆਂ ਸ਼ੁਰੂ ਹੋ ਗਈਆਂ, ਲੋੜਵੰਦਾਂ ਦੀਆਂ, ਪੀਰਾਂ ਫਕੀਰਾਂ ਦੀਆਂ ਰੋਜ਼ ਲੈਣਾ ਹੀ ਲੱਗੀਆਂ ਰਹਿੰਦੀਆਂ। ਤੇ ਸਤਿਗੁਰੂ ਸਾਹਿਬ ਜੀ ਫਿਰ ਤੱਕੜੀ ਦੇ ਛਾਪੇ ਭਰ ਭਰ ਕੇ ਤੇਰਾ 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 ਕਹਿ ਕੇ ਝੋਲੀਆਂ ਭਰੀ ਜਾਂਦੇ ਵੀ ਸਭ ਕੁਝ ਤੇਰਾ ਮਹਾਰਾਜ, ਇਹ ਸੌਦਾ ਵੀ ਸਾਰਾ ਤੇਰਾ, ਇਹ ਲੈਣ ਵਾਲਾ ਵੀ ਤੇਰਾ, ਇਹ ਸਾਰਾ ਕੁਝ ਹੀ ਤੇਰਾ। ਤੇ ਫਿਰ ਲੋਕ ਜਿੱਥੇ ਮਹਿਮਾ ਕਰਦੇ ਆ ਉੱਥੇ ਇਹ ਵੀ ਗੱਲ ਕਹਿੰਦੇ ਆ। ਕੋਈ ਕਹਿੰਦਾ ਜੀ ਇਹਨਾਂ ਕੋਲ ਰਿੱਧੀਆਂ ਸਿੱਧੀਆਂ ਤਾਂ ਇਹਨਾਂ ਇਹ ਖੁੱਲਾ ਵਰਤਾ ਰਹੇ। ਕੋਈ ਕਹਿੰਦਾ ਕਿਸੇ ਦੇਵਤੇ ਦਾ ਮੰਤਰ ਕੀਤਾ ਹੋਣਾ, ਮੰਤਰ ਜਪਿਆ ਹੋਣਾ, ਆਰਾਧਨਾ ਕੀਤੀ ਹੋਣੀ, ਤਾਂ ਇਸ ਤਰ੍ਹਾਂ ਇਹਨਾਂ ਨੂੰ ਕੋਈ ਘਾਟਾ ਨਹੀਂ ਆ ਰਿਹਾ ਹੈ, ਇੰਨੀ ਖੁੱਲੀ ਰਸਤ ਬਸਤ ਵਰਤਾ ਰਹੇ। ਕੋਈ ਕਹਿੰਦਾ ਇਹਨਾਂ ਕੋਲੇ ਪਾਰਸ ਹੋਵੇਗਾ, ਕੋਈ ਕੁਝ ਕਹਿੰਦਾ ਐਸਾ ਇਤਿਹਾਸ ਵਿੱਚ ਲਿਖਿਆ। ਕਈ ਕਹਿੰਦੇ ਨਹੀਂ, ਇਹ ਆਪ ਹੀ ਪਰਮੇਸ਼ਰ ਦਾ ਪ੍ਰਤੱਖ ਸਰੂਪ ਆ, ਜਿੱਥੇ ਪਰਮੇਸ਼ਰ ਬਹਿ ਜਾਵੇ ਉੱਥੇ ਘਾਟਾ ਕੀ ਆਉਣਾ ਹੈ। ਹਰ ਇੱਕ ਸੰਸਾਰ ਦੇ ਜੀਵਨੇ ਇੱਥੋਂ ਦੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦਾ ਅਨੁਮਾਨ ਲਾਇਆ। ਕਈਆਂ ਨੇ ਚੁਗਲੀ ਵੀ ਕੀਤੀ, ਰਖਾਲੂ ਲੋਕਾਂ ਨੇ ਬੇਬੇ ਜੀ ਦੇ ਪਾਸ ਜਾ ਕੇ, ਭਾਈਆ ਜੈ ਰਾਮ ਜੀ ਦੇ ਪਾਸ ਜਾ ਕੇ ਵੀ ਤੁਹਾਡਾ ਰਿਸ਼ਤੇਦਾਰ ਤੱਕੜੀ ਭਰ ਭਰ ਕੇ ਤੋਲੀ ਜਾਂਦਾ ਹੈ, ਛਾਪੇ ਭਰ ਭਰ ਕੇ ਦੇਈ ਜਾਂਦਾ ਹੈ, ਤੇ ਜਦੋਂ ਘਾਟਾ ਪੈ ਗਿਆ, ਲੇਖਾ ਜੋਖਾ ਹੋਇਆ ਤੇ ਤੁਸੀਂ ਗ੍ਰਿਫਤਾਰ ਹੋ ਜਾਣਾ ਹੈ, ਤੁਹਾਨੂੰ ਫੜ ਲਿਆ ਜਾਣਾ। ਭਾਈਆ ਜੈ ਰਾਮ ਜੀ ਚਿੰਤਾ ਵੀ ਕਰਦੇ ਆ, ਬੇਬੇ ਜੀ ਸਮਝਾਉਂਦੇ ਆ ਵੀ ਤੁਸੀਂ ਫਿਕਰ ਨਾ ਕਰੋ, ਕੋਈ ਘਾਟਾ ਨਹੀਂ ਪੈਣ ਲੱਗਾ, ਨਹੀਂ ਘਾਟਾ ਪਵੇਗਾ। ਕਈਆਂ ਨੇ ਦੌਲਤ ਖਾਂ ਲੋਧੀ ਨੂੰ ਜਾ ਕੇ ਆਖਿਆ ਜੀ ਮੋਦੀਖਾਨੇ ਵਿੱਚ ਘਾਟਾ ਪੈ ਜਾਵੇਗਾ। ਕਈ ਤਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਹੀ ਚਲੇ ਗਏ, ਮਹਾਰਾਜ ਸਾਹਿਬ ਜੀ ਨੂੰ ਜਾ ਕੇ ਕਹਿਣ ਲੱਗੇ ਤੁਸੀਂ ਤੇਰਾ ਤੇਰਾ ਕਹਿ ਕੇ ਤੇ ਸੌਦਾ ਦੇਈ ਜਾਂਦੇ ਜੇ, ਜਦੋਂ ਹਿਸਾਬ ਕਿਤਾਬ ਹੋਇਆ, ਲੇਖਾ ਜੋਖਾ ਹੋਇਆ, ਘਾਟਾ ਪੈ ਜਾਣਾ ਤੁਹਾਨੂੰ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਖਿਆ ਤੇਰਾ ਤੇਰਾ ਕਹਿਣ ਨਾਲ ਘਾਟਾ ਨਹੀਂ ਪੈਂਦਾ, ਘਾਟਾ ਜਦੋਂ ਪੈਂਦਾ ਮੇਰਾ ਮੇਰਾ ਕਹਿਣ ਨਾਲ ਪੈਂਦਾ।
ਜਦੋਂ ਘਾਟਾ ਪੈਂਦਾ ਮੈਂ ਕੀਤਿਆਂ ਪੈਂਦਾ ਹੈ, ਮੇਰੀ ਮੇਰੀ ਕੀਤਿਆਂ ਪੈਂਦਾ ਹੈ। ਜੇ ਇਨਸਾਨ ਤੇਰਾ ਤੇਰਾ ਕਹਿਣ ਲੱਗ ਪਵੇ ਫਿਰ ਤਾਂ ਘਾਟੇ ਪੂਰੇ ਹੋ ਜਾਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤ ਬਚਨ ਹੈ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਏ। ਭਗਤਾਂ ਦੀ ਇਹ ਅਵਸਥਾ ਹੈ ਤੇ ਗੁਰੂ ਸਾਹਿਬ ਜੀ ਨੇ ਐਸਾ ਦਰਸਾਇਆ ਹੈ। ਭਗਤ ਵੀ ਕਹਿੰਦੇ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪ ਤੇ ਕਿਆ ਲਾਗੈ ਮੇਰਾ। ਭਗਤ ਮੈਂ ਨਹੀਂ ਕਰਦੇ, ਉਹ ਤੂੰ ਕਰਦੇ ਆ। कबीर तू करता तू हुआ, मुझ में रहा ना हूं, जब आपा पर का मिट गया जत देखो तत तू। जिथे गुरुद्वारा श्री हट साहब सोभनीक है, इत्थे महाराज साहब ने झोलियां भरियां तेरा तेरा कह के। अज भी 14 वड्डे गुरु साहब जी दे कर कमलों की शोभ प्राप्त सोभनीक हन। गुरु कीआं संगतां दर्शन करदियां। उथों ही मोती खाने विचों सतगुरु जी ने रोज आउणा। इत्थे वेई नदी दे विच अंम੍ਰਿਤ ਵੇਲੇ ਦਾ इशनान करके ते गुरुद्वारा बेर साहब वाले स्थान ते जो भोरा साहब है, इत्थे चौंकड़ा ला के बैठिया करना। वेई दे कंढे ते सतगुरु जी हर रोज इशनान करके चौंकड़ा लाउंदे। इशनान तो पहला इत्थे ही दातन करिया करदे। मलसीआं नगर दे चौधरी भाई भगीरथ जी ने आकर के गुरु साहब जी तो सिੱਖੀ प्राप्त कीते। गुरु साहब ने सेवा जिथे दिती होर उत्थे महाराज ने भाई भगीरथ नूं आखिया भी अंम੍ਰਿਤ ਵੇਲੇ दातन भी लैके आया करो। फिर अंम੍ਰਿਤ ਵੇਲੇ दातन लियाउणी गुरु साहब जी वास्ते सतगुरु जी ने इत्थे वेई दे कंढे ते इशनान तो पहला दातन करनी। एक दिन भाई भगीरथ जी बेरी दी दातन लैके आए। महाराज जगत गुरु धन श्री गुरु नानक देव साहब जी ने वो बेरी दी दातन कीती। करन तो बाद साध संगत जी इत्थे गड्डी। ਉਹ ਮਹਾਰਾਜ ਦੀ ਦਾਤਨੀ ਇਹ ਬੇਰੀ ਸਾਹਿਬ ਸੋਭਨੀਕ ਹੈ, ਜਿਸ ਦੇ ਨਾਂ ਤੇ ਗੁਰੂ ਕੇ ਦਰਬਾਰ ਦਾ ਨਾਮ ਗੁਰੂ ਕੀਆਂ ਸੰਗਤਾਂ ਨੇ ਗੁਰੂ ਕੇ ਪੰਥ ਨੇ ਰੱਖਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਲਿਖਿਆ ਹੈ, ਆਪਣ ਤੇ ਚੱਲ ਨੀਰ ਕੇ ਤੀਰ ਪੈ ਦੰਤਨ ਧਾਵਣੇ ਆਣ ਕਰੀ। ਆਪਣ ਕਹਿੰਦੇ ਆ ਹੱਟੀ ਨੂੰ, ਮੋਦੀ ਖਾਨੇ ਨੂੰ। ਮਹਾਰਾਜ ਮੋਦੀ ਖਾਨੇ ਤੋਂ ਚੱਲ ਕੇ ਆਏ, ਨੀਰ ਕੇ ਤੀਰ ਪੈ जल दे कंढे ते, वेई नदी दे कंढे ते दंतन धामने आण करी। दंतन धामन कहंदे दातन। महाराज साहब जी ने दातन कीती बेरी दी। आपन ते चल नीर के तीर पै दंतन धामने आण करी। करन तो बाद गाड दई धार होत भयो तार, है अब लो बार सो बदरी। बदरी कहंदे बेरी। फिर महाराज ने धरती च कट दी ते भाई साहब कहंदे अज ती को बेरी सोभनीक है, जिहड़ी बेरी धन गुरु नानक साहब जी ने दातन करके लाई है। कई कह दिंदे हन गुरु साहब जी दे वेले दी बेरी। ये गल कहनी होर गल है भी गुरु साहब दे वेले दी बेरी। वेले दीयां बेरियां ते होर भी होणगीयां, गुरु समय दीयां बेरियां ते होर भी होणगीयां, पर इह कल्ली वेले दी बेरी नहीं है। ये गुरु साहब ने दातन करके लाई हुई बेरी है। गाट दई धार होत भयो तार, है अबलो बार सो बदरी। एक गुरमुख लिखदा इस बेरी साहब दे संबंध दे विच। वो कहंदा है बेरी आखदी है, गुरमुख दी भावना है प्रेम वाले दी। मेरे जइयां बेरियां बथेरियां सी जागे उत्ते, लभदे निशान नहीं दूर ना नजीक है। कोले हो के सड़ गईयां, बुढ़ियां हो मर गईयां, बकरियां चर गईयां, बचन ये ठीक है। भी मेरे हाण दियां कई बेरियां सी, कई उम्र भोग के खत्म हो गईयां। कईयां नूं लोकां ने वढ के ते फसलां दे आले दुआले वाड़ कर दिते, कईयां नूं बकरियां आदि चर गईयां। मेरे जइयां बेरियां बथेरियां सी जागे उत्ते, लभदे निशान नहीं दूर ना नजीक है। कोले हो के सड़ गईयां, बुढ़ियां हो मर गईयां, बकरियां चर गईयां, बचन यह ठीक है। मैं हरी भरी सत्कारयोग सुल्तानपुर लोधी विच वरा होया, मैनू 500 तो वधीक है। गुरु नानक दी संगत दा फल यह खालसा जे, बेम दा उगाही पत पत मेरा ठीक है। मेरा पत्ता पत्ता हरिया भरिया है ते उगाई देंदा है कि मैनू धन श्री गुरु नानक देव साहब महाराज दी शोभ प्राप्त होई। ते मैं भी एक दरख्त वां, बाकी दरख्तां वर्गा
पर मैनू गुरु नानक साहब जी दीयां संगतां बेरी साहब कह के सत्कार देंदियां। मेरे नाम उत्ते गुरु के दरबार का नाम रखिया संगतां ने गुरुद्वारा श्री बेर साहिब। होर भी अनेकां दरख्तां गुरु साहब जी जिन्हां हेठां बैठ के कीर्तन कीता, जिवें कौड़े रीठे वल्ले महाराज ने अमृत दृष्टि पाई, अज तक मिठे फल देंदा है। रीठा साहब अस्थान सोभनीक है। एक गुरमुख दा बचन है, जिवें सियालकोट दीयां बेरियां उन्हां थल्ले बैठ के भी महाराज ने कीर्तन कीता। बेरी हेठ बैठे गुरु बेरी भी निहाल होई, रीठे वल डिठा रीठा मिठा होए जामदा, अक्कां दीयां खखड़ियां वेख के निहाल होईयां, अंब ते अनार नूं मरदाना तोड़ खावदा। किकरां तो मठियाइयां चढ़वाइयां मेरे सतगुरां, खारा जाल चरण छोहे मिठा होए जामदा, पशु पंछी राक्ष भी तारे मेरे सतगुरां, बंदा क्यों ना तरे जेड़ा गुरु शरण आउंदा। अक्कां दीयां खखड़ियां नूं भी अंब बना दिता। ऐसी अमृत दृष्टि धन गुरु नानक देव साहब सच्चे पातशाह जी। पशु पंछी राक्षां नूं तार दिता ते बंदा क्यों ना तरे जेड़ा गुरु शरण आउंदा। जे भावना नाल शरधा नाल गुरु नानक साहब जी दे दरबार विच आवे ते इंसान क्यों ना तरे। पंचम पातशाह दा बचन आपां पढ़दे हां, मैं मूर्ख की केतक बात है, कोट अपराधी तरिया रे, गुर नानक जिन सुनिया पेखिया, से फिर गर्भास ना परिया रे। और ये दातन महाराज ने बेरी साहब वाली उस दिन करके कड्डी आ, जिस दिन फिर वेई नदी में इशनान करने वास्ते आप जी ने प्रवेश किया ते अज बाहर नहीं आए। तीसरे दिन उस स्थान तो महाराज साहब जी बाहर निकले जिधरों जाल आउंदा सी, क्योंकि पिछले पासों वेई नदी का जाल आ रहा है ते अगले पासे नूं वगदा जा रहा। पिछों भी ब्यास विचों ही निकलदी है शाखा वेई दी ते अगे जाके भी ब्यास विच ही प्रवेश करदी। तां जेड़े पासियों जाल आ रहा सी उधरले पासियों तीजे दिन महाराज जी प्रगट होए, जिथे अजकल गुरुद्वारा श्री संत घाट साहब सोभनीक है वेई नदी के कंढे। जदों तीजे दिन महाराज प्रगट होए, उन्हां तिन्नां दिनां विच सुल्तानपुर लोधी की धरती ते रौला भी पिया सी। कईयां ने आख्या मोदी खाने में घाटा पै गया होना तां किसी पासे चले गए होने। कईयां ने आख्या बेबे नानकी जी नूं जाके कि भैन तेरा वीर वेई दे विच डुब गया। बेबे जी ने कहा ना भैणो इस तरह ना कहो, वो तां डुबिया नूं तारन आया है, वो नहीं डुबदा, वो तां डुबिया नूं तारन आया। दौलत खां ने वेई विच जाल भी पवाए। 3 दिन भाई भगीरथ जी वस्त्र लै करके वेई दे कंढे ते विचरते रहे। जदों तीजे दिन बाबा जी उत्थों प्रगट होए, संगतां दा इकट्ठ होया ते महाराज साहब जी उस वेले संगतां ने भावना वाले गुरसिखां ने बेनती करके पुछया, महाराज 3 दिन कित्थे रहे हो? अज 3 दिनां बाद दर्शन होए। ते सतगुरु कहन लगे असीं सचखंड गए सां, निरंकार दे देश गए सां, करतार दे पास गए सां ते उथों करतार ने सानू मूल मंत्र दिता है। सचखंड दरबार दे विचों मूल मंत्र लैके आए हाँ। फिर गुरुद्वारा संत घाट साहब वाले स्थान ते महाराज ने मूल मंत्र उचारण किया साध संगत। और गरीब नवाज साहब जी ने इस धरती दे कोने कोने नूं जरे जरे नूं पवित्र किया है। ऐसियां बख्शिशां महाराज साहब जी ने इत्थे वरताइयां ते अज भी वरता रहे हैं सतगुरु जी। 15 साल के शरीर कारबला विच इत्थे आए महाराज साहब। 1541 बिक्रमी संमत नूं भाई काहन सिंह नाभा जी लिखते हैं। 1542 नूं मोती खाना संभालिया। 1543 बिक्रमी संमत नूं जिस वेले 17 साल की सतगुरु जी की शरीर कारबला है ते सतगुरु गरीब नवाज साहब जी का मंगना हुंदा है। बाबा मूल चंद जी पटवारी पखो के रंधावियां दे, माता चंदो राणी जी तिन्हां दे सपुत्री माता सुलखणी जी दे नाल 17 साल की उम्र दे विच महाराज जी का मंगना होया। जदों 18 साल की शरीर कारबला हुई जगत गुरु जी दे ते 1544 बिक्रमी संमत नूं सुल्तानपुर लोधी की धरती तो महाराज की बरात चढ़ी। फिर जन चढ़ी बाबा जी ते जन दे विच रिश्तेदारां ने ते जाना ही सी। पिता मेहता कल्याण चंद जी, चाचा लालू जी,
ਹਾਥੀ ਉੱਤੇ ਅਸਵਾਰ ਹਨ। ਰਾਏ ਬੁਲਾਰ ਨੇ, ਜੋ ਰਾਏ ਭੋਏ ਦੇ ਪੁੱਤਰ ਸਨ, ਉਹਨਾਂ ਨੇ ਰਾਏ ਭੋਏ ਦੀ ਤਲਵੰਡੀ ਚੋਂ ਘੋੜੇ ਭੇਜੇ, ਹਾਥੀ ਭੇਜੇ। ਇੱਥੋਂ ਸੁਲਤਾਨਪੁਰ ਸਾਹਿਬ ਦੇ ਜੋ ਦੌਲਤ ਖਾਂ ਲੋਧੀ ਸੀ, ਉਹ ਵੀ ਮਹਾਰਾਜ ਦੇ ਸ਼ਰਧਾਲੂ ਬਣ ਚੁੱਕੇ ਸਨ। ਉਹਨਾਂ ਨੇ ਵੀ ਘੋੜੇ ਬਰਾਤ ਵਿੱਚ ਸ਼ਾਮਲ ਕੀਤੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ, ਬਹੁਤ ਵੱਡੀ ਬਰਾਤ ਸੁਲਤਾਨਪੁਰ ਸਾਹਿਬ ਤੋਂ ਬਾਬਾ ਜੀ ਦੀ ਬਟਾਲੇ ਪਹੁੰਚੀ। ਔਰ ਉਸ ਵੇਲੇ ਜਿੱਥੇ ਵਿੱਚ ਬੇਦੀ ਪਰਿਵਾਰ ਸੀ, ਰਿਸ਼ਤੇਦਾਰ ਸਾਕ ਸੰਬੰਧੀ ਸਨ, ਉੱਥੇ ਉਹ ਵੀ ਸਾਰੇ ਜਿਨ੍ਹਾਂ ਦੀਆਂ ਝੋਲੀਆਂ ਭਰੀਆਂ ਮੋਦੀ ਖਾਨੇ ਦੇ ਵਿੱਚੋਂ ਬਾਬਾ ਜੀ ਨੇ, ਉਹ ਵੀ ਕਹਿੰਦੇ ਆਪਾਂ ਵੀ ਜਾਣਾ ਵਿਆਹ ਤੇ, ਬਰਾਤ ਵਿੱਚ ਜਾਣਾ। ਤਾਂ ਸਾਰੇ ਹੀ ਉੱਥੇ ਗਏ, ਵੱਡੀ ਭਾਰੀ ਗਿਣਤੀ ਹੋ ਗਈ। ਜਦੋਂ ਮਹਾਰਾਜ ਸਾਹਿਬ ਜੀ ਦਾ ਆਨੰਦ ਕਾਰਜ ਹੋਣ ਲੱਗਾ ਨਾ, ਵਿਆਹ ਹੋਣ ਲੱਗਾ ਮਾਤਾ ਸੁਲੱਖਣੀ ਜੀ ਦੇ ਨਾਲ, ਤੇ ਉਹ ਪੰਡਤ ਕਹਿਣ ਲੱਗੇ ਵੀ ਅੱਗ ਦੇ ਉਦਾਲੇ ਲਾਵਾਂ ਕਰਨੀਆਂ। ਸਤਿਗੁਰੂ ਕਹਿਣ ਲੱਗੇ ਵੀ ਅੱਗ ਤੇ ਪੰਜਾਂ ਤੱਤਾਂ ਵਿੱਚੋਂ ਇੱਕ ਤੱਤ ਹੈ, ਪਰਮੇਸ਼ਰ ਵਾਹਿਗੁਰੂ ਜੀ ਦਾ ਪੈਦਾ ਕੀਤਾ ਹੋਇਆ। ਇਸ ਕਰਕੇ ਅੱਗ ਤਾਂ ਕਿਰਤ ਹੈ, ਅਸੀਂ ਤਾਂ ਕਰਤੇ ਦੀਆਂ ਪਰਿਕਰਮਾ ਕਰਦੇ ਹਾਂ। ਉਸ ਵੇਲੇ ਮੂਲ ਮੰਤਰ ਮਹਾਰਾਜ ਸਾਹਿਬ ਜੀ ਨੇ ਲਿਖ ਕੇ ਕਾਗਜ਼ ਤੇ ਇੱਕ ਚੌਂਕੀ ਉੱਤੇ ਬਸਤਰ ਵਿਛਾ ਕੇ ਉਹਦੇ ਤੇ ਮੂਲ ਮੰਤਰ ਰੱਖ ਕੇ ਉੱਤੇ ਫਿਰ ਬਸਤਰ ਪਾ ਕੇ ਮੂਲ ਮੰਤਰ ਦੇ ਉਦਾਲੇ ਮਾਤਾ ਸੁਲੱਖਣੀ ਜੀ ਦੇ ਨਾਲ ਲਾਵਾਂ ਲਈਆਂ, ਪਰਿਕਰਮਾ ਕੀਤੀਆਂ। ਤੇ ਬਹੁਤ ਗੁੱਸਾ ਆਇਆ ਉਸ ਮੌਕੇ ਤੇ ਉਹਨਾਂ ਪੰਡਤਾਂ ਨੂੰ। ਉਹਨਾਂ ਨੇ ਆਖਿਆ ਵੀ ਇਸ ਲਾੜੇ ਨੇ ਸਾਡੀ ਚੱਲੀ ਆਉਂਦੀ ਰੋਹ ਰੀਤ ਪਿਛੇ ਯੁੱਗਾਂ ਤੋਂ ਸਦੀਆਂ ਤੋਂ ਚੱਲੀ ਆਉਂਦੀ ਬਦਲ ਦਿੱਤੀ ਹੈ। ਜਿਸ ਕੱਚੀ ਕੰਧ ਦੇ ਲਾਗੇ ਮਹਾਰਾਜ ਸਾਹਿਬ ਜੀ ਦੀ ਬਰਾਤ ਬਿਠਾਈ ਸੀ, ਸਤਿਗੁਰੂ ਜੀ ਦਾ ਮੰਜਾ ਡਾਇਆ ਸੀ, ਉਹਨਾਂ ਪੰਡਤਾਂ ਨੇ ਆਪਸ ਵਿੱਚ ਸਲਾਹ ਕਰਕੇ ਕੁਝ ਬੰਦਿਆਂ ਨੂੰ ਲਾਲਚ ਦਿੱਤਾ ਪੈਸਿਆਂ ਦਾ ਵੀ ਆਹ ਕੰਧ ਨੂੰ ਧੱਕਾ ਮਾਰ ਕੇ ਲਾੜੇ ਦੇ ਉੱਤੇ ਸੁੱਟ ਕੇ ਥੱਲੇ ਹੀ ਦੇ ਦਿਓ ਇਸ ਨੂੰ, ਕਿਉਂਕਿ ਇਹਨੇ ਅੱਗ ਦੇ ਦੁਆਲੇ ਪਰਿਕਰਮਾ ਨਹੀਂ ਕੀਤੀਆਂ। ਉਹ ਤੇ ਹਾਲੇ ਤਿਆਰੀ ਕਰ ਰਹੇ ਸੀ। ਇੱਕ ਬਜ਼ੁਰਗ ਮਾਤਾ ਨੇੜਿਓਂ ਦੀ ਲੰਘਦੇ ਆ, ਉਹ ਕਹਿੰਦੇ ਆ ਪੁੱਤਰ ਆ ਕੱਚੀ ਕੰਧ ਆ ਤੇ ਡਿੱਗਣ ਵਾਲੀ ਆ, ਤੇ ਪਾਸੇ ਕਰ ਲਓ ਆਪਣੇ ਮੰਜੇ, ਇਹ ਡਿੱਗ ਨਾ ਪਵੇ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ 18 ਸਾਲ ਦੀ ਸਰੀਰ ਕਾਰਬਲਾ ਬਾਬਾ ਜੀ ਦੀ ਉਸ ਵੇਲੇ ਕਹਿਣ ਲੱਗੇ, ਮਾਤਾ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੈ, ਸਦੀਆਂ ਤੀਕ ਨਹੀਂ ਡਿੱਗਦੀ, ਸਾਡੇ ਵਿਆਹ ਦੀ ਨਿਸ਼ਾਨੀ ਹੈ। ਤਾਂ ਉਹ ਸਦੀਆਂ ਤੀਕ ਅੱਜ ਵੀ ਗੁਰਦੁਆਰਾ ਕੰਧ ਸਾਹਿਬ ਆ। ਸੰਗਤਾਂ ਹਰ ਸਾਲ ਜਦੋਂ ਇੱਥੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਾਂਦੀਆਂ, ਅੱਗੇ ਪਿੱਛੇ ਵੀ ਸੰਗਤਾਂ ਜਾਂਦੀਆਂ ਤੇ ਉਸ ਸਥਾਨ ਤੇ ਨਮਸਕਾਰ ਕਰਕੇ ਆਉਂਦੀਆਂ। ਗੁਰਦੁਆਰਾ ਕੰਧ ਸਾਹਿਬ ਸੋਭਨੀਕ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਆਨੰਦ ਕਾਰਜ ਵਿਆਹ ਵੀ ਇਸੇ ਧਰਤੀ ਤੋਂ ਹੀ ਹੋਇਆ। ਸਾਧ ਸੰਗਤ ਜੀ, ਬਟਾਲੇ ਜਾ ਕਰਕੇ ਗੁਰੂ ਕਾ ਬਾਗ ਸਾਹਿਬ ਵਾਲਾ ਸਥਾਨ ਹੈ, ਉੱਥੇ ਮਹਾਰਾਜ ਦੀ ਰਹਿائش ਹੈ। ਮਾਤਾ ਸੁਲੱਖਣੀ ਜੀ ਦੇ ਸਮੇਤ ਉੱਥੇ ਰਹਿੰਦੇ ਸਤਿਗੁਰੂ ਜੀ। ਸਤਿਗੁਰੂ ਜੀ ਦੇ ਵਿਆਹ ਤੋਂ 7 ਸਾਲ ਬਾਅਦ 1544 ਵਿੱਚ ਗੁਰੂ ਜੀ ਦਾ ਵਿਆਹ ਹੋਇਆ, ਆਨੰਦ ਕਾਰਜ ਹੋਇਆ। ਤੇ 1551 ਬਿਕਰਮੀ ਸੰਮਤ, ਜਿਸ ਵੇਲੇ ਬਾਬਾ ਜੀ ਦੀ 25 ਸਾਲ ਦੀ ਸਰੀਰ ਕਾਰਬਲਾ ਸੀ, ਉਸ ਵੇਲੇ ਵੱਡੇ ਸਾਹਿਬਜ਼ਾਦੇ ਪ੍ਰਗਟ ਹੋਏ, ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ। ਉਹਨਾਂ ਤੋਂ 2 ਸਾਲ ਬਾਅਦ ਜਿਸ ਵੇਲੇ ਬਾਬਾ ਜੀ ਦੀ 27 ਸਾਲ ਦੀ ਸਰੀਰ ਕਾਰਬਲਾ ਸੀ, 1553 ਬਿਕਰਮੀ ਨੂੰ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਲਖਮੀ ਦਾਸ ਸਾਹਿਬ ਜੀ, ਧੰਨ ਮਾਤਾ ਸੁਲੱਖਣੀ ਜੀ ਦੀ ਪਵਿੱਤਰ ਕੁੱਖ ਤੋਂ ਗੁਰੂ ਕੇ ਬਾਗ ਸਾਹਿਬ ਵਾਲੇ ਸਥਾਨ ਤੇ ਪ੍ਰਗਟ ਹੋਏ। ਉਹਨਾਂ ਤੋਂ 1 ਸਾਲ ਬਾਅਦ ਜਿਸ ਵੇਲੇ ਬਾਬਾ ਜੀ ਦੀ 28 ਸਾਲ ਦੀ ਸਰੀਰ ਕਾਰਬਲਾ ਹੈ, 1554 ਬਿਕਰਮੀ ਸੰਮਤ ਨੂੰ ਮੋਦੀ ਖਾਨਾ ਤਿਆਗ ਕੇ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ, ਬਾਅਦ ਵਿੱਚ ਭਾਈ ਬਾਲਾ ਜੀ ਵੀ ਨਾਲ ਮਹਾਰਾਜ ਸਾਹਿਬ ਜੀ ਦੇ ਰਲਦੇ ਹਨ। ਦੋਨਾਂ ਸਿੱਖਾਂ ਨੂੰ ਨਾਲ ਲੈ ਕਰਕੇ ਇੱਥੋਂ ਹੀ ਕੀਰਤਨ ਦੀ ਆਰੰਭਤਾ ਕਰਦਿਆਂ ਹੋਏ ਆ। ਭਰੋਆਣੇ ਨਗਰ ਤੋਂ ਭਾਈ ਫਰੰਦਾ ਜੀ ਦੇ ਪਾਸੋਂ ਭਾਈ ਮਰਦਾਨਾ ਜੀ ਨੂੰ ਭੇਜ ਕਰਕੇ ਭਾਈ ਫਰੰਦਾ ਜੀ ਨੇ ਵੀ ਨਾਲ ਆਉਣਾ, ਇੱਥੇ ਰਬਾਬ ਲੈ ਕਰਕੇ ਆਉਣੀ, ਭਾਈ ਮਰਦਾਨਾ ਜੀ ਨੂੰ ਰਬਾਬ ਦੇ ਕੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਕੀਰਤਨ ਦੀ ਆਰੰਭਤਾ ਕਰਨੀ। ਤੇ ਇੱਥੇ ਹੀ ਮਹਾਰਾਜ ਸਾਹਿਬ ਜੀ ਨੇ ਧਿਆਨ ਧਰਦਿਆਂ ਹੋਇਆਂ ਸਾਰੇ ਸੰਸਾਰ ਦੇ ਭਲੇ ਵਾਸਤੇ ਵੇਖਿਆ ਸੀ। ਬਾਬਾ ਵੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ।
ਫਿਰ ਚੌਹਾਂ ਚੱਕਾਂ ਵਿੱਚ ਭਾਈ ਬਾਲਾ ਜੀ ਮਹਾਰਾਜ ਤੇ ਚੌਰ ਕਰਦੇ ਆ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ, ਤੇ ਮਹਾਰਾਜ ਨੇ ਚੌਹਾਂ ਚੱਕਾਂ 'ਚ ਵਿਚਰ ਕੇ ਉਪਦੇਸ਼ ਦਿੱਤਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਮੀ, ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਾਰੇ ਸੰਸਾਰ ਨੂੰ ਆਖਿਆ ਭਾਈ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ ਤੇ ਨਾਮ ਜਪੋ। ਐਸਾ ਉਪਦੇਸ਼ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੰਮਾ ਸਮਾਂ ਇਸ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਭਾਗ ਲਾਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਔਰ 25 ਸਾਲ ਦਾ ਸਮਾਂ ਇਤਿਹਾਸਕਾਰਾਂ ਨੇ ਲਿਖਿਆ। ਮਹਾਰਾਜ ਨੇ 4 ਉਦਾਸੀਆਂ ਦੇ ਵਿੱਚ 25 ਸਾਲ ਸਮਾਂ ਮਹਾਰਾਜ ਨੇ ਬਤੀਤ ਕੀਤਾ। 25 ਸਾਲ ਚੌਹਾਂ ਚੱਕਾਂ ਵਿੱਚ ਵਿਚਰੇ ਤੇ ਫਿਰ ਮਹਾਰਾਜ ਸਾਹਿਬ ਨੇ ਕਰਤਾਰਪੁਰ ਸਾਹਿਬ ਨਗਰ ਜਿਹੜਾ ਵਸਾਇਆ, ਉਸ ਨਗਰੀ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਸਾਹਿਬ ਨੇ ਲੰਮਾ ਸਮਾਂ ਬਤੀਤ ਕੀਤਾ। ਇਹ 3 ਐਸੀਆਂ ਭਾਗਾਂ ਭਰੀਆਂ ਧਰਤੀਆਂ ਹਨ, ਐਸੀਆਂ ਨਗਰੀਆਂ ਹਨ। ਇੱਕ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ, ਦੂਜਾ ਸੁਲਤਾਨਪੁਰ ਲੋਧੀ ਦੀ ਧਰਤੀ, ਤੀਸਰਾ ਸ੍ਰੀ ਕਰਤਾਰਪੁਰ ਸਾਹਿਬ, ਜਿੱਥੇ ਇਕੱਲੇ ਚਰਨ ਹੀ ਨਹੀਂ ਪਾਏ, ਸਾਲਾਂ ਬੱਧੀ ਮਹਾਰਾਜ ਸਾਹਿਬ ਜੀ ਨੇ ਰਹਿ ਕਰਕੇ ਪਾਵਨ ਸਰੀਰ ਵਿੱਚ ਵਿਚਰਦਿਆਂ ਹੋਇਆਂ ਮਹਾਨ ਉਪਦੇਸ਼ ਦਿੱਤਾ। ਤੇ ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਜਿੱਥੇ ਚਰਨ ਰੱਖੇ ਆ, ਉਹ ਜਗ੍ਹਾ ਪੂਜਾ ਦਾ ਥਾਂ ਬਣੀ ਹੈ, ਪੂਜਾ ਦਾ ਆਸਣ ਥਾਪਿਆ ਗਿਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਸ਼ਬਦ ਰੂਪ ਵਿੱਚ, ਬਾਣੀ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਅੱਜ ਵੀ ਜੀਵਾਂ ਦੀਆਂ ਝੋਲੀਆਂ ਭਰ ਰਹੇ ਆ, ਅੱਜ ਵੀ ਬਖਸ਼ਿਸ਼ਾਂ ਵਰਤਾ ਰਹੇ ਹਨ। ਤੋ ਸਤਿਗੁਰੂ ਜੀ ਦੇ ਪਵਿੱਤਰ ਇਤਿਹਾਸ ਦੇ ਵਿੱਚੋਂ ਕੁਝ ਬੇਨਤੀਆਂ ਸਾਂਝੀਆਂ ਕੀਤੀਆਂ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਲੜੀਵਾਰ ਰੂਪ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਸ੍ਰੀ ਆਨੰਦ ਸਾਹਿਬ ਜੀ ਦੀ 39ਵੀਂ ਪੌੜੀ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਇਹੋ ਸਾਚਾ ਸੋਹਿਲਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ, ਜੋ ਆਨੰਦ ਸਾਹਿਬ ਦੀ ਬਾਣੀ ਹੈ ਨਾ, ਇਹ ਆਨੰਦ ਸਾਹਿਬ ਹੈ, ਇਹ ਸੱਚਾ ਸੋਹਿਲਾ ਹੈ ਭਾਈ। ਇਹ ਸੱਚਾ ਸੋਹਿਲਾ ਨਾਮ ਹੈ ਖੁਸ਼ੀ ਦੇ ਗੀਤ ਦਾ, ਆਤਮਿਕ ਆਨੰਦ ਦੇਣ ਵਾਲਾ ਜੋ ਜਸ ਹੈ ਵਾਹਿਗੁਰੂ ਪਰਮੇਸ਼ਰ ਦਾ। ਤੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਵਾਹਿਗੁਰੂ ਜੀ ਦਾ ਜਸ ਹੀ ਹੈ। ਇਹ ਸੱਚਾ ਸੋਹਿਲਾ ਹੈ, ਇਹ ਸੱਚਾ, ਇਹ ਖੁਸ਼ੀ ਦਾ ਗੀਤ ਹੈ। ਸ੍ਰੀ ਆਨੰਦ ਸਾਹਿਬ ਨਾਨਕ ਭੌਜਲ ਪਾਰ ਪਰੈ, ਜੋ ਗਾਵੇ ਪ੍ਰਭ ਕੇ ਗੀਤ। ਇੱਕ ਤਾਂ ਉਹ ਗੀਤ ਹੁੰਦੇ ਆ ਜਿਹੜੇ ਭੌਜਲ ਚ ਡੋਬਣ ਵਾਲੇ ਹੁੰਦੇ, ਪਰ ਇਹ ਗੁਰੂ ਕੀ ਬਾਣੀ, ਗੁਰੂ ਕਾ ਨਾਮ, ਇਹ ਭੌਜਲ ਤੋਂ ਪਾਰ ਕਰਨ ਵਾਲੇ ਆਤਮਿਕ ਗੀਤ ਹਨ। ਇਹ ਜੋ ਆਨੰਦ ਸਾਹਿਬ ਜੀ ਦੀ ਬਾਣੀ ਹੈ, ਇਹ ਸੱਚਾ ਸੋਹਿਲਾ ਹੈ, ਸੱਚਾ ਖੁਸ਼ੀ ਦਾ ਗੀਤ ਹੈ। ਸੱਚੇ ਘਰ ਗਾਵੋ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਸਤ ਸੰਗਤ ਸੱਚਾ ਘਰ ਹੈ। ਇਸ ਸੱਚੇ ਘਰ ਦੇ ਵਿੱਚ ਇਹ ਸੱਚਾ ਸੋਹਿਲਾ ਗਾਉਣਾ ਕਰੋ ਗੁਰਸਿੱਖੋ। ਸਤ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਜੀ ਦਾ ਜਸ ਗਾਉਣਾ ਕਰੋ, ਇਹ ਧੁਰ ਕੀ ਬਾਣੀ ਗਾਉਣਾ ਕਰੋ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ। ਕਹੈ ਨਾਨਕ ਸਦਾ ਗਾਵਹੁ, ਇਹ ਸੱਚੀ ਬਾਣੀ। ਇਹ ਜੋ ਸੱਚੀ ਬਾਣੀ ਹੈ, ਪਵਿੱਤਰ ਬਾਣੀ ਹੈ, ਮਹਾਰਾਜ ਕਹਿੰਦੇ ਇਹ ਸੱਚੇ ਘਰ ਦੇ ਵਿੱਚ ਗਾਉਣਾ ਕਰੋ, ਸੱਚਾ ਸੋਹਿਲਾ। ਸਾਧ ਸੰਗਤ ਜੀ, ਸੋਹਿਲਾ ਖੁਸ਼ੀ ਦੇ ਗੀਤ ਨੂੰ ਕਿਹਾ ਜਾਂਦਾ ਹੈ। ਔਰ ਅੰਮ੍ਰਿਤ ਬਾਣੀ ਇਹ ਵਾਹਿਗੁਰੂ ਜੀ ਦਾ ਜਸ, ਇਹ ਖੁਸ਼ੀ ਦਾ ਗੀਤ, ਇਹ ਆਤਮਿਕ ਆਨੰਦ ਦੇਣ ਵਾਲਾ, ਆਤਮਿਕ ਖੇੜਾ ਦੇਣ ਵਾਲਾ ਹੈ। ਜਿਵੇਂ ਗਰੀਬ ਨਵਾਜ ਸਾਹਿਬ ਜੀ ਨੇ ਇੱਕ ਬਾਣੀ ਦਾ ਨਾਮ ਹੀ ਸੋਹਿਲਾ ਰੱਖਿਆ ਹੈ, ਜਿਹੜੀ ਰਾਤੀ ਸੌਣ ਲੱਗਿਆਂ ਪੜ੍ਹ ਕੇ ਗੁਰੂ ਕਾ ਸਿੱਖ ਸੌਂਦਾ ਹੈ, ਬਰਾਜਦਾ ਹੈ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਥੇ ਮਹਾਰਾਜ ਨੇ ਉਚਾਰਨ ਕੀਤਾ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਇਹ ਜੋ ਵਾਹਿਗੁਰੂ ਜੀ ਦਾ ਜਸ ਰੂਪੀ ਸੋਹਿਲਾ ਹੈ, ਸਤਿਗੁਰੂ ਕਹਿੰਦੇ ਸੱਚੇ ਘਰ ਦੇ ਵਿੱਚ ਗਾਓ, ਸਤ ਸੰਗਤ ਦੇ ਵਿੱਚ ਗਾਉਣਾ ਕਰੋ। ਗਾਵੋ ਤਾਂ ਸੋਹਿਲਾ ਘਰ ਸਾਚੈ। ਇਹ ਭਾਈ ਨਿਸ਼ਚੇ ਨਾਲ, ਸ਼ਰਧਾ ਭਾਵਨਾ ਦੇ ਨਾਲ ਇਹ ਆਨੰਦ ਸਾਹਿਬ ਦੀ ਬਾਣੀ
ਤੇ ਵਾਹਿਗੁਰੂ ਜੀ ਦਾ ਜਸ ਇਹ ਸੱਚੇ ਘਰ ਸਤ ਸੰਗਤ ਦੇ ਵਿੱਚ ਗਾਉਣਾ ਕਰੋ। ਜਿੱਥੈ ਸਦਾ ਸੱਚ ਧਿਆਵਹਿ, ਜਿਸ ਥਾਂ ਦੇ ਉੱਤੇ ਸਦਾ ਵਾਸਤੇ ਸੱਚ ਨੂੰ ਧਿਆਇਆ ਜਾਂਦਾ ਹੈ, ਸਤ ਸੰਗਤ ਵਿੱਚ ਸਦਾ ਵਾਸਤੇ ਸੱਚ ਨੂੰ ਧਿਆਇਆ ਜਾਂਦਾ ਹੈ। ਸੱਚ ਕੀ ਹੈ ਸਾਧ ਸੰਗਤ ਜੀ? ਸੱਚ ਪਰਮੇਸ਼ਰ ਹੈ, ਸੱਚ ਵਾਹਿਗੁਰੂ ਹੈ, ਸੱਚ ਕਰਤਾਰ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਵੀ ਕੋਈ ਸੱਚ ਹੈ? ਮਾਰੇ ਕਹਿੰਦੇ ਨਹੀਂ, ਬਾਕੀ ਤੇ ਸਾਰਾ ਕੁਝ ਕੂੜ ਹੀ ਕੂੜ ਹੈ, ਬਾਕੀ ਤੇ ਸਭ ਕੁਝ ਝੂਠ ਹੀ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਇਹ ਸਾਰਾ ਕੁਝ ਹੀ ਮਿਥਿਆ। ਸਤਿਗੁਰੂ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ। ਇਹ ਸਾਰਾ ਕੁਝ ਹੀ ਕੂੜ ਹੈ। ਅਖੀਰ ਤੇ ਜਾ ਕੇ ਆਖਿਆ ਨਾਨਕ ਵਖਾਣੈ ਬੇਨਤੀ, ਤੁਧ ਬਾਝ ਕੂੜੋ ਕੂੜ। हे ਪ੍ਰਭੂ ਤੇਰੇ ਤੋਂ ਬਿਨਾ ਤੇ ਸਭ ਕੁਝ ਝੂਠ ਹੀ ਝੂਠ ਹੈ, ਸਭ ਕੁਝ ਕੂੜ ਹੀ ਹੈ, ਸਭ ਨਾਸ ਹੋ ਜਾਣ ਵਾਲਾ ਹੈ। ਇਸ ਕਰਕੇ ਵਾਹਿਗੁਰੂ ਹੀ ਸੱਚਾ ਹੈ ਤੇ ਸਤ ਸੰਗਤ ਉਸ ਸੱਚੇ ਨੂੰ ਧਿਆਉਂਦੀ ਹੈ। ਜਿੱਥੈ ਸਦਾ ਸੱਚ ਧਿਆਵਹਿ, ਜਿੱਥੇ ਸਦਾ ਵਾਸਤੇ ਸੱਚੇ ਨੂੰ ਧਿਆਇਆ ਜਾਂਦਾ, ਤਾਂ ਹੀ ਇਸ ਥਾਂ ਦਾ ਨਾਮ ਸਤ ਸੰਗਤ ਹੈ। ਸਤ ਸੰਗਤ ਇਸ ਨੂੰ ਆਖਿਆ ਹੀ ਤਾਂ ਜਾਂਦਾ, ਸਤ ਕਹਿ ਲਈਏ ਸੱਚ ਕਹਿ ਲਈਏ, ਸਤ ਦਾ ਅਰਥ ਸੱਚ ਹੀ ਹੈ। ਸਤ ਸੰਗਤ, ਸਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਣ ਵਾਲੀ, ਜਿਹੜਾ ਸਦਾ ਵਾਸਤੇ ਸਤ ਹੈ, ਸਦੀਵੀ ਹੈ, ਜਿਸ ਨੂੰ ਆਖਿਆ ਤੂੰ ਸਦਾ ਸਲਾਮਤ ਨਿਰੰਕਾਰ, ਜੋ ਸਦਾ ਵਾਸਤੇ ਸਲਾਮਤ ਹੈ, ਨਿਰੰਕਾਰ ਵਾਹਿਗੁਰੂ ਪਰਮੇਸ਼ਰ। ਤਾਂ ਉਸ ਦੇ ਨਾਲ ਜੋ ਮਿਲਾਪ ਕਰਾਉਣ ਵਾਲੀ ਹੈ ਉਹ ਸਤ ਸੰਗਤ ਹੈ। ਸਤ ਸੰਗਤ ਕੈਸੀ ਜਾਣੀਐ, ਜਿਤੈ ਏਕੋ ਨਾਮ ਵਖਾਣੀਐ। ਇੱਕ ਨਾਮ ਕਿਸ ਦਾ? ਇੱਕ ਉਸੇ ਵਾਹਿਗੁਰੂ ਦਾ ਨਾਮ ਜਿਸ ਦਾ ਨਾਮ ਸੱਚਾ ਹੈ, ਜਿਸ ਦਾ ਨਾਮ ਹੈ ਸਤਿਨਾਮ ਵਾਹਿਗੁਰੂ। ਸੱਚਾ ਨਾਮ ਹੈ ਜਿਸ ਦਾ, ਬਾਕੀ ਤੇ ਸਾਰੇ ਝੂਠੇ ਹੀ ਨਾਮ ਆ। ਨਾਮ ਤਾਂ ਸਾਡੇ ਵੀ ਆ ਸਾਰਿਆਂ ਦੇ, ਪਰ ਮਹਾਰਾਜ ਕਹਿੰਦੇ ਆਇਆ ਗਿਆ ਮੋਇਆ ਨਾਉ, ਪਿਛੈ ਪੱਤਲ ਸਦਿਓ ਕਾਵ, ਨਾਨਕ ਮਨ ਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਨਾਮ ਤਾਂ ਹਰੇਕ ਵਸਤੂ ਦਾ ਹੈ। ਇਸ ਸੰਸਾਰ ਨੂੰ ਨਾਮ ਰੂਪ ਆਖਿਆ, ਨਾਮ ਰੂਪ। ਸੰਸਾਰ ਦੀ ਹਰੇਕ ਵਸਤੂ ਦਾ ਇੱਕ ਨਾਮ ਹੁੰਦਾ, ਇੱਕ ਰੂਪ ਹੁੰਦਾ। ਰੂਪ ਦੇ ਵਿੱਚ ਆਕਾਰ ਆ ਜਾਂਦਾ। ਹਰੇਕ ਦਾ ਇੱਕ ਆਕਾਰ ਹੈ ਤੇ ਇੱਕ ਉਹਦਾ ਨਾਮ ਹੈ। ਅਸੀਂ ਜਿੰਨੇ ਵੀ ਹਾਂ, ਸਾਡੇ ਸਰੀਰ ਦਾ ਕੋਈ ਰੂਪ ਹੈ, ਕੋਈ ਆਕਾਰ ਹੈ, ਕੋਈ ਪਤਲਾ ਹੈ, ਕੋਈ ਮੋਟਾ ਹੈ, ਕੋਈ ਮਧਰਾ ਹੈ, ਕੋਈ ਲੰਮਾ ਹੈ। ਇਹ ਆਕਾਰ ਹੈ ਸਾਡੇ ਸਰੀਰ ਦਾ, ਤੇ ਇੱਕ ਸਾਡੇ ਸਰੀਰ ਦਾ ਕੋਈ ਨਾਮ ਹੈ। ਨਾਮ ਦਿੱਤਾ ਜਨਮ ਤੋਂ ਬਾਅਦ, ਵੀ ਸਿਆਣਿਆ ਜਾਵੇ, ਪਤਾ ਲੱਗ ਜਾਵੇ ਵੀ ਇਹ ਕਿਹੜਾ ਸਰੀਰ ਹੈ। ਵੱਖਰੇ ਵੱਖਰੇ ਨਾਮ ਦਿੱਤੇ ਗਏ। ਜਿੰਨਾ ਚਿਰ ਸਰੀਰ ਚੱਲਦਾ ਉਹਨਾਂ ਚਿਰ ਨਾਮ ਵੀ ਹੈ। ਜਦੋਂ ਸਰੀਰ ਸਮਾਪਤ ਹੋ ਗਿਆ, ਕੁਝ ਸਮੇਂ ਬਾਅਦ ਉਹ ਨਾਮ ਵੀ ਭੁੱਲ ਭੁਲਾ ਜਾਂਦਾ ਹੈ। ਕਿੱਥੇ ਚੇਤੇ ਹੈ ਸਾਨੂੰ? ਵੱਧ ਤੋਂ ਵੱਧ ਪੜਦਾਦੇ ਕਤੀਕ ਚੇਤੇ ਹੁੰਦੇ ਆ। ਦਾਦਾ ਜੀ ਦਾ ਕੀ ਨਾਮ ਹੈ, ਪੜਦਾਦਾ ਜੀ ਦਾ ਕੀ ਨਾਮ ਹੈ, ਤੇ ਉਹਨਾਂ ਤੇ ਉੱਪਰ ਅਗਲੀਆਂ ਪੀੜ੍ਹੀਆਂ ਦਾ ਕਿਸੇ ਨੂੰ, ਵਿਰਲੇ ਨੂੰ, ਇੱਕ ਅੱਧੇ ਨੂੰ, ਕਿਸੇ ਨੂੰ ਚੇਤੇ ਹੋਵੇਗਾ। ਉਹ ਵੀ ਕਦੇ ਕਦਾਈ ਕੋਈ ਚੇਤੇ ਕਰਦਾ, ਨਹੀਂ ਤੇ ਚੌਥੀ ਪੰਜਵੀਂ ਪੀੜ੍ਹੀ ਨੂੰ ਕੌਣ ਯਾਦ ਕਰਦਾ ਹੈ? ਸਰੀਰ ਸਮਾਪਤ ਹੋ ਗਿਆ, ਨਾਮ ਹੀ ਸਮਾਪਤ ਹੋ ਗਿਆ। ਤੇ ਸਦਾ ਵਾਸਤੇ ਰਹਿਣ ਵਾਲਾ ਨਾਮ ਵਾਹਿਗੁਰੂ ਜੀ ਦਾ ਹੀ ਹੈ। ਇਸ ਕਰਕੇ ਆਖਿਆ ਉਹ ਸੱਚਾ ਨਾਮ ਹੈ, ਸੱਚਾ ਨਾਮ, ਜਿਸ ਨੂੰ ਮਹਾਰਾਜ ਸਾਹਿਬ ਨੇ ਆਖਿਆ ਜਿਹੜੇ ਉਸ ਸੱਚੇ ਨਾਮ ਨੂੰ ਜਪਦੇ ਆ, ਸੱਚੇ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਂਦੇ ਆ, ਉਹ ਸਾਧੂ ਵੀ ਰਹਿੰਦੇ ਆ। ਸਰੀਰ ਕਰਕੇ ਤੇ ਉਹਨਾਂ ਨੂੰ ਜਾਣਾ ਹੀ ਪੈਂਦਾ, ਪਰ ਅਮਰ ਅਬਿਨਾਸੀ ਹੋ ਜਾਂਦੇ। ਜਿਸ ਨੂੰ ਮਹਾਰਾਜ ਸਾਹਿਬ ਇਸ ਤਰ੍ਹਾਂ ਕਹਿੰਦੇ ਹਨ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਪ੍ਰਭੂ ਦਾ ਨਾਮ ਹੀ ਸੱਚਾ ਹੈ। ਬਾਕੀ ਜਿੰਨਾ ਪ੍ਰਪੰਚ ਉਹਦੀ ਰਚਨਾ ਹੈ, ਇਹ ਨਾਮ ਰੂਪ ਪ੍ਰਪੰਚ ਹੈ, ਨਾਮ ਰੂਪ ਸੰਸਾਰ ਹੈ। ਹਰੇਕ ਵਸਤੂ ਦਾ ਕੋਈ ਆਕਾਰ ਹੈ, ਕੋਈ ਰੂਪ ਹੈ, ਕੋਈ ਨਾਮ ਹੈ, ਪਰ ਇਹ ਸਦਾ ਰਹਿਣ ਵਾਲਾ ਨਹੀਂ ਹੈ। ਇਹ ਨਾਸਵਾਨ ਹੈ। ਇਹਦਾ ਨਾਮ ਹੀ ਤਾਂ ਜਗ ਹੈ ਵੀ ਇਹ ਪੈਦਾ ਹੋਣ ਵਾਲਾ ਤੇ ਖਤਮ ਹੋਣ ਵਾਲਾ ਹੈ।
ਇਸ ਨੂੰ ਜਗਤ ਆਖਿਆ ਹੀ ਤਾਂ ਜਾਂਦਾ, ਇਹਨੂੰ ਦੁਨੀਆ ਆਖਿਆ ਹੀ ਤਾਂ ਜਾਂਦਾ। ਇਹ ਦੋਹਾਂ ਨੀਹਾਂ ਤੇ ਖਲੋਤਾ ਹੋਇਆ, ਇੱਕ ਜੰਮਣ ਦੀ ਨੀਂਹ, ਇੱਕ ਮਰਨ ਦੀ ਨੀਂਹ। ਮਰਨ ਦੀ ਨੀਂਹ ਪਹਿਲਾਂ ਰੱਖੀ ਹੋਈ ਹੈ, ਜਨਮ ਦੀ ਨੀਂਹ ਬਾਅਦ ਵਿੱਚ ਰੱਖੀ ਹੈ। ਮਰਨ ਲਿਖਾਏ ਮੰਡਲ ਮੈਂ ਆਏ ਸਾਰੇ। ਇਸ ਨੂੰ ਮ੍ਰਿਤ ਮੰਡਲ ਆਖਿਆ। ਜਿੱਥੇ ਮਾਤ ਲੋਕ ਆਖਿਆ ਉੱਥੇ ਮ੍ਰਿਤ ਮੰਡਲ ਵੀ ਆਖਿਆ। ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗਈ, ਜਿਉਂ ਕਾਗਦ ਬੂੰਦਾਰ। ਸੁਣ ਮੇਰੀ ਮਨਸਾ ਮਨੈ ਮਾਹੇ, ਸਤ ਦੇਖ ਵਿਚਾਰ, ਸਿੱਧ ਸਾਧਕ ਗਿਰਹੀ ਜੋਗੀ, ਤਾਜ ਗਏ ਘਰ ਬਾਰ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟਮਾਨ ਸਭ ਬਿਨਸੀਐ, ਕਿਆ ਲੱਗੈ ਗਵਾਰ। ਦ੍ਰਿਸ਼ਟਮਾਨ ਜਿਹੜਾ ਅੱਖਾਂ ਦੇ ਨਾਲ ਦਿਸ ਰਿਹਾ ਹੈ, ਮਹਾਰਾਜ ਕਹਿੰਦੇ ਸਾਰਾ ਕੁਝ ਖਤਮ ਹੋਣ ਵਾਲਾ ਹੈ। ਹੇ ਗਵਾਰ ਜੀਵ, ਇਹਦੇ ਵਿੱਚ ਕੀ ਲੱਗਿਆ ਹੋਇਆ? ਦ੍ਰਿਸ਼ਟਮਾਨ ਸਭ ਬਿਨਸੀਐ, ਕਿਆ ਲੱਗੈ ਗਵਾਰ। ਕਹਾ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ, ਇੱਕ ਚਾਲੇ ਇੱਕ ਚਾਲਸ ਹੈ, ਸਭ ਆਪਣੀ ਵਾਰ। ਜਿਨ ਪੂਰਾ ਸਤਿਗੁਰ ਸੇਵਿਆ, ਸੇ ਅਸਥਿਰ ਹਰ ਦੁਆਰ। ਜਨ ਨਾਨਕ ਹਰਿ ਕਾ ਦਾਸ ਹੈ, ਰਾਖ ਪੈਜ ਮੁਰਾਰ। ਤਾਂ ਮਹਾਰਾਜ ਸਾਹਿਬ ਕਹਿੰਦੇ ਹਨ ਕਿ ਬਾਕੀ ਤਾਂ ਸਭ ਕੁਝ ਨਾਸਮਾਨ ਹੈ। ਜੋ ਉਪਜਿਓ ਸੋ ਬਿਨਸ ਹੈ, ਜੋ ਵੀ ਪੈਦਾ ਹੋਇਆ ਉਹ ਬਿਨਸਨਾਰ ਹੈ। ਪਰ ਉਹ ਆਜ ਕੈ ਕਾਲ, ਨਾਨਕ ਹਰਿ ਗੁਣ ਗਾਏ, ਲੈ ਛਾੜ ਸਗਲ ਜੰਜਾਲ। ਤੇ ਸੱਚਾ ਨਾਮ ਵਾਹਿਗੁਰੂ ਪਰਮੇਸ਼ਰ ਦਾ ਹੈ। ਜਗਤ ਗੁਰੂ ਬਾਬਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਸਤਿਗੁਰੂ ਜੀ ਸੁਭਾਵਕ ਹੀ ਆਪਣੀ ਰਸਨਾ ਤੋਂ ਇੱਕ ਬੋਲ ਬੋਲਿਆ ਕਰਦੇ, ਵਾਰ-ਵਾਰ ਬੋਲਿਆ ਕਰਦੇ, ਕਈ ਵਾਰੀ ਬੋਲਿਆ ਕਰਦੇ। ਮਹਾਰਾਜ ਕਹਿੰਦੇ ਸਤ ਕਰਤਾਰ, ਸਤ ਕਰਤਾਰ, ਜਿਹਦਾ ਭਾਵ ਹੈ ਕਰਤਾਰ ਹੀ ਸਤ ਹੈ, ਕਰਤਾਰ ਹੀ ਸਦਾ ਰਹਿਣ ਵਾਲਾ ਹੈ। ਉਸੇ ਨੂੰ ਮਹਾਰਾਜ ਨੇ ਆਖਿਆ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿੱਥੇ ਸਦਾ ਸੱਚ ਧਿਆਵੇ, ਜਿੱਥੇ ਸਤ ਸੰਗਤ ਦੇ ਵਿੱਚ ਸਦਾ ਵਾਸਤੇ ਸੱਚੇ ਨੂੰ ਧਿਆਇਆ ਜਾਂਦਾ ਹੈ, ਸੱਚੇ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ ਜਾਂਦਾ ਹੈ, ਉਸ ਸਤ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਜਸ ਰੂਪੀ ਜੋ ਸੋਹਿਲਾ ਹੈ, ਪ੍ਰਭੂ ਦੀ ਕੀਰਤੀ ਗਾਉਣਾ ਕਰੋ, ਵਾਹਿਗੁਰੂ ਜੀ ਦਾ ਜਸ ਗਾਉਣਾ ਕਰੋ। ਸੱਚੋ ਧਿਆਵਹਿ ਜਾਂ ਤੁਧ ਪਾਵਹਿ। ਹੇ ਸੱਚੇ ਪ੍ਰਭੂ ਜੀ, ਆਪ ਜੀ ਨੂੰ ਕਦੋਂ ਜੀਵ ਧਿਆਉਂਦੇ ਹਨ? ਜਦੋਂ ਆਪ ਜੀ ਨੂੰ ਭਾ ਜਾਂਦੇ ਹਨ। ਜਦੋਂ ਆਪ ਜੀ ਨੂੰ ਭਾ ਜਾਂਦੇ ਆ ਨਾ ਜੀ, ਤੇ ਫਿਰ ਮਹਾਰਾਜ ਆਪ ਜੀ ਨੂੰ ਧਿਆਉਂਦੇ ਆ। ਉਹੀ ਜੀਵ ਆਪ ਜੀ ਨੂੰ ਸੱਚੇ ਵਾਹਿਗੁਰੂ ਜੀ ਧਿਆਉਂਦੇ ਆ ਜਦੋਂ ਆਪ ਜੀ ਨੂੰ ਚੰਗਾ ਲੱਗਦਾ ਹੈ। ਆਪ ਕਿਰਪਾ ਕਰਦੇ ਹੋ ਤੇ ਜੀਵਾਂ ਦੇ ਅੰਦਰ ਐਸੀ ਭਾਵਨਾ ਪੈਦਾ ਕਰਦੇ ਹੋ, ਐਸਾ ਉਦਮ ਦਿੰਦੇ ਹੋ, ਐਸੀ ਪ੍ਰੇਰਨਾ ਦਿੰਦੇ ਹੋ, ਐਸੀ ਮਤ ਬੁੱਧ ਦਿੰਦੇ ਹੋ, ਫਿਰ ਜੀਵ ਸਤ ਸੰਗਤ ਵਿੱਚ ਆ ਕੇ ਸੱਚੇ ਵਾਹਿਗੁਰੂ ਜੀ ਆਪ ਜੀ ਨੂੰ ਧਿਆਉਂਦੇ ਆ। ਸੱਚੋ ਧਿਆਵਹਿ ਜਾ ਤੁਧ ਭਾਵਹਿ। ਜਦੋਂ ਤੁਧ ਆਪ ਜੀ ਨੂੰ ਭਾਉਂਦੇ ਆ ਨਾ, ਚੰਗੇ ਲੱਗਦੇ ਆ, ਫਿਰ ਮਹਾਰਾਜ ਆਪ ਕਿਰਪਾ ਕਰਕੇ ਆਪਣਾ ਸਿਮਰਨ ਕਰਵਾਉਂਦੇ ਹੋ ਇਹਨਾਂ ਜੀਵਾਂ ਦੇ ਪਾਸੋਂ। ਕਿਉਂਕਿ ਸਾਧ ਸੰਗਤ ਜੀ ਉਦਮ ਤੇ ਮਤ ਤੇ ਪ੍ਰੇਰਨਾ ਇਹ ਗੁਰੂ ਵਾਹਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਜੀਵ ਨੂੰ ਪ੍ਰਾਪਤ ਹੁੰਦੀ ਹੈ। ਉਦਮ ਮਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਜਿਉਂ ਪ੍ਰੇਰਨਾ ਦਿੰਦੇ ਉਸੇ ਤਰ੍ਹਾਂ ਫਿਰ ਜੀਵ ਗੁਰੂ ਸਾਹਿਬ ਦੇ ਬਖਸ਼ੇ ਹੋਏ ਉਦਮ ਦਾ ਸਦਕਾ ਫਿਰ ਸਤ ਸੰਗਤ ਵਿੱਚ ਚੱਲ ਕੇ ਆਉਂਦਾ, ਫਿਰ ਗੁਰੂ ਕੇ ਦਰਸ਼ਨ ਕਰਦਾ, ਫਿਰ ਨਮਸਕਾਰ ਕਰਕੇ ਸੰਗਤ ਵਿੱਚ ਬੈਠਦਾ ਹੈ ਚੌਂਕੜੀ ਲਾ ਕੇ, ਫਿਰ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦਾ ਹੈ ਸੰਗਤ ਦੇ ਵਿੱਚ। ਸਿਮਰਨ ਉਹੀ ਕਰ ਸਕਦੇ ਆ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਆਪ ਬਲ ਬਖਸ਼ਿਸ਼ ਕਰਦੇ। ਸਤਿਗੁਰਾਂ ਨੇ ਆਖਿਆ ਨਾ, ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਜਿਹਦੇ ਉੱਤੇ ਕਿਰਪਾ ਕਰਦੇ ਆ। ਇਸ ਕਰਕੇ ਮਹਾਰਾਜ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਕੇ ਕਿਰਪਾ ਹੀ ਮੰਗਣੀ ਚਾਹੀਦੀ ਹੈ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ। ਕਿਰਪਾ ਵੱਡੀ ਆ ਸਾਧ ਸੰਗਤ ਜੀ, ਗੁਰੂ ਕੀ ਕਿਰਪਾ ਹੋ ਜਾਵੇ ਤੇ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ। ਇਸ ਕਰਕੇ ਤਾਂ ਹੀ ਬੇਨਤੀ ਕਰਨ ਵਾਸਤੇ ਮਹਾਰਾਜ ਨੇ ਆਗਿਆ ਕੀਤੀ ਹੈ। ਗੁਰੂ ਸਾਹਿਬ ਨੇ ਬੇਅੰਤ ਬਚਨ ਬੇਨਤੀ ਦੇ ਉਚਾਰਨ ਕੀਤੇ ਕਿ ਗੁਰੂ ਪਰਮੇਸ਼ਰ ਅੱਗੇ ਭਾਈ ਤਰਲਾ ਪਾਉਣਾ ਚਾਹੀਦਾ, ਬੇਨਤੀ ਕਰਨੀ ਚਾਹੀਦੀ ਹੈ। ਸਤਿਗੁਰਾਂ ਨੇ ਆਪ ਬੇਨਤੀਆਂ ਕਰ ਕਰਕੇ ਸਾਨੂੰ ਬੇਨਤੀਆਂ ਕਰਨ ਦਾ ਤਰੀਕਾ ਦੱਸਿਆ ਹੈ।
ਜਿਵੇਂ ਅਰਦਾਸ ਆਪਾਂ ਕਰਦੇ ਵੀ ਇੱਕ ਬੇਨਤੀ ਹੈ, ਇੱਕ ਤਰਲਾ ਹੀ ਹੈ ਗੁਰੂ ਸਾਹਿਬ ਦੇ ਅੱਗੇ ਅਰਦਾਸ ਜਿਹੜੀ ਕਰਨੀ ਹੈ। ਅਰਦਾਸ ਦਾ ਭਾਵ ਹੀ ਇਹ ਹੈ ਬੇਨਤੀ। ਅਰਦਾਸ ਤੋਂ ਪਹਿਲਾਂ ਸੁਖਮਨੀ ਸਾਹਿਬ ਦੀਆਂ ਪੰਕਤੀਆਂ ਪੜ੍ਹਦੇ ਹਾਂ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹ ਵੀ ਇੱਕ ਤਰਲਾ ਹੀ ਹੈ ਕਿ ਹੇ ਮੇਰੇ ਮਾਲਕਾ, ਇਹ ਸਰੀਰ ਵੀ ਤੁਸੀਂ ਦਿੱਤਾ, ਇਹਦੇ ਵਿੱਚ ਜਿੰਦ ਵੀ ਆਪ ਜੀ ਨੇ ਪਾਏ, ਤੇ ਮੈਂ ਆਪ ਜੀ ਦੇ ਅੱਗੇ ਅਰਦਾਸ ਕਰ ਰਿਹਾ, ਮੇਰੇ ਤੇ ਕਿਰਪਾ ਕਰੋ, ਤੁਸੀਂ ਮੇਰੇ ਮਾਲਕ ਹੋ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਮਹਾਰਾਜ ਤੁਸੀਂ ਮੇਰੇ ਮਾਤਾ ਵੀ ਹੋ, ਮੇਰੇ ਪਿਤਾ ਵੀ ਹੋ, ਅਸੀਂ ਤੁਹਾਡੇ ਬੱਚੇ ਆ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਕਿਰਪਾ ਵਿੱਚ ਕਨੇਰੇ ਸੁਖ ਵਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ, ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਮਾਰੇ ਕਹਿੰਦੇ ਬੇਨਤੀ ਕਰੀਏ ਭਾਈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੇ ਗਤ ਇਹੀ। ਤਾਂ ਫਿਰ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਕਿਰਪਾ ਜਦੋਂ ਕਰਦੇ ਆ ਤੇ ਫਿਰ ਜੀਵ ਨਾਮ ਨਾਲ ਜੁੜਦਾ ਹੈ, ਫਿਰ ਸਿਮਰਨ ਨਾਲ ਜੁੜਦਾ ਹੈ, ਫਿਰ ਸੇਵਾ ਸਿਮਰਨ ਇਹਨੂੰ ਪ੍ਰਾਪਤ ਹੁੰਦੀ ਹੈ। ਕਿਉਂਕਿ ਸਤਿਗੁਰੂ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ। ਸਿਫਤ ਸਲਾਹ ਉਹੀ ਕਰ ਸਕਦਾ ਜਿਸ ਨੂੰ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ ਦਿੰਦੇ ਆ। ਇਹ ਬਖਸ਼ਦੇ ਆ ਸਿਫਤ ਸਲਾਹ ਕਰਨੀ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਫਿਰ ਉਹ ਪਾਤਸ਼ਾਹ ਦਾ ਵੀ ਪਾਤਸ਼ਾਹ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਉਹੀ ਵਾਹਿਗੁਰੂ ਜੀ ਦਾ ਜਸ ਗਾਉਂਦਾ ਜਿਹਦੇ ਉੱਤੇ ਬਖਸ਼ਿਸ਼ ਕਰਦੇ ਆ। ਇਸ ਕਰਕੇ ਗਰੀਬ ਨਿਵਾਜ ਸਾਹਿਬ ਜੀ ਕਹਿੰਦੇ ਹਨ, ਵਾਹਿਗੁਰੂ ਜੀ ਜਦੋਂ ਆਪ ਜੀ ਨੂੰ ਜੀਵ ਭਾਉਂਦੇ ਆ, ਚੰਗੇ ਲੱਗਦੇ, ਉਹਨਾਂ ਪਾਸੋਂ ਫਿਰ ਆਪ ਆਪਣੇ ਨਾਮ ਦਾ ਸਿਮਰਨ ਕਰਵਾਉਂਦੇ ਹੋ। ਇਹ ਸੱਚੇ ਪ੍ਰਭੂ ਆਪ ਜੀ ਨੂੰ ਤਾਂ ਹੀ ਜੀਵ ਧਿਆਉਂਦੇ ਹਨ। ਗੁਰਮੁਖ ਜਿਨ੍ਹਾਂ ਬੁਝਾਏ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪਾ ਕਰਕੇ ਆਪ ਬੂਝ ਦੇ ਦਿੰਦੇ ਹੋ ਨਾ, ਸਮਝ ਦੇ ਦਿੰਦੇ ਹੋ। ਜਿਨ੍ਹਾਂ ਨੂੰ ਮਾਰੇ ਗੁਰਮੁਖ ਬਣਾ ਦਿੰਦੇ ਹੋ, ਬੁਝਾ ਦਿੰਦੇ ਹੋ, ਸਮਝਾ ਦਿੰਦੇ ਹੋ, ਉਹੀ ਸਤ ਸੰਗਤ ਵਿੱਚ ਆਉਂਦੇ ਆ, ਉਹੀ ਆਪ ਜੀ ਦਾ ਧਿਆਨ ਧਰਦੇ ਹਨ। ਜਿਨ੍ਹਾਂ ਨੂੰ ਆਪ ਹੀ ਬੂਝ ਬਖਸ਼ ਦਿੰਦੇ ਹੋ, ਆਪ ਸਮਝ ਦੇ ਦਿੰਦੇ ਹੋ। ਇਹੋ ਸੱਚ ਸਭਨਾ ਕਾ ਖਸਮ ਹੈ। ਮਾਰੇ ਕਹਿੰਦੇ ਭਾਈ ਇਹ ਜੋ ਸੱਚ ਹੈ ਨਾ, ਸੱਚਾ ਪਰਮੇਸ਼ਰ ਵਾਹਿਗੁਰੂ, ਸੱਚਾ ਵਾਹਿਗੁਰੂ ਜੀ ਦਾ ਨਾਮ, ਉਹ ਸੱਚਾ ਪਰਮੇਸ਼ਰ ਸਾਰਿਆਂ ਦਾ ਖਸਮ ਹੈ। ਖਸਮ ਕਹਿੰਦੇ ਪਤੀ ਨੂੰ, ਖਸਮ ਕਹਿੰਦੇ ਮਾਲਕ ਨੂੰ। ਬੋਲੀ ਹੁੰਦੀ ਆ ਸਾਧ ਸੰਗਤ ਜੀ, ਪਤੀ ਨੂੰ ਖਸਮ ਕਿਹਾ ਜਾਂਦਾ ਹੈ, ਮਾਲਕ ਨੂੰ, ਸੁਆਮੀ ਨੂੰ ਖਸਮ ਕਿਹਾ ਜਾਂਦਾ ਹੈ। ਤਾਂ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਵੀ ਉਹ ਵਾਹਿਗੁਰੂ ਪਰਮੇਸ਼ਰ ਜੋ ਸੱਚਾ ਹੈ, ਉਹ ਸਾਰਿਆਂ ਦਾ ਮਾਲਕ ਹੈ। ਉਸ ਨੂੰ ਸੱਚ ਕਿਉਂ ਕਿਹਾ ਜਾਂਦਾ ਹੈ? ਪਰਮੇਸ਼ਰ ਨੂੰ ਸੱਚ ਤਾਂ ਕਿਹਾ ਜਾਂਦਾ ਹੈ ਕਿਉਂਕਿ ਉਹ ਕਦੇ ਵੀ ਤਬਦੀਲ ਨਹੀਂ ਹੁੰਦਾ, ਕਦੇ ਵੀ ਬਦਲਦਾ ਨਹੀਂ। ਬਦਲਣ ਤੋਂ ਭਾਵ ਜਿਹੜੀ ਵਸਤੂ ਬਦਲਦੀ ਹੈ, ਤਬਦੀਲ ਹੁੰਦੀ ਹੈ, ਉਹ ਖਤਮ ਹੋ ਜਾਂਦੀ ਹੈ। ਉਹ ਪਰਮੇਸ਼ਰ ਸਦਾ ਇੱਕ ਰਸ ਰਹਿਣ ਵਾਲਾ ਹੈ। ਉਹਦੇ ਵਾਸਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਕਦੀ ਉਹ ਪੈਦਾ ਹੋਇਆ ਸੀ, ਕਦੀ ਉਹ ਬਚਪਨ ਵਿੱਚ ਸੀ, ਕਦੀ ਉਹ ਜਵਾਨ ਹੋਇਆ, ਕਦੀ ਉਹਦੇ ਤੇ ਢਲਦੀ ਜਵਾਨੀ ਆਈ, ਕਦੀ ਉਹ ਬੁੱਢਾ ਹੋ ਗਿਆ ਤੇ ਕਦੀ ਉਸ ਦੀ ਮ੍ਰਿਤੂ ਹੋ ਗਈ। ਐਸਾ ਨਹੀਂ ਕਿਹਾ ਜਾ ਸਕਦਾ। ਪਰਮੇਸ਼ਰ ਵਾਹਿਗੁਰੂ ਸਦਾ ਇੱਕ ਰਸ ਰਹਿਣ ਵਾਲਾ, ਇਸ ਕਰਕੇ ਉਹਨੂੰ ਸੱਚ ਆਖਿਆ। ਸੱਚ ਸਦਾ ਹੀ ਇੱਕ ਰਸ ਰਹਿੰਦਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਜੁਗਾਂ ਜੁਗਾਂਤਰਾਂ ਤੋਂ ਉਹ ਸਦਾ ਇੱਕ ਰਸ ਹੈ। ਜੁਗਾਂ ਤੋਂ ਪਹਿਲਾਂ ਵੀ ਜਦੋਂ ਉਹਨੇ ਸ੍ਰਿਸ਼ਟੀ ਨਹੀਂ ਸੀ ਰਚੀ, ਉਦੋਂ ਵੀ ਉਹ ਸੱਚਾ। ਉਸੇ ਨੂੰ ਆਖਿਆ ਆਦ ਸੱਚ। ਸ੍ਰਿਸ਼ਟੀ ਦੀ ਹੋਂਦ ਤੋਂ ਵੀ ਪਹਿਲਾਂ ਆਦ ਸੱਚ। ਜੁਗ ਪੈਦਾ ਕਰ ਦਿੱਤੇ, ਜੁਗਾਂ ਵਿੱਚ ਵੀ ਉਹ ਸੱਚਾ ਹੈ। ਜੁਗਾਦ ਸੱਚ। ਚੱਲ ਰਹੇ ਸਮੇਂ ਵਿੱਚ, ਵਰਤਮਾਨ ਕਾਲ ਵਿੱਚ ਵੀ ਹੈ ਵੀ ਸੱਚ, ਹੁਣ ਵੀ ਸੱਚਾ ਹੈ। ਤੇ ਉਹ ਸ੍ਰਿਸ਼ਟੀ ਨੂੰ ਸਮਾਪਤ ਕਰ ਦਵੇ ਤੇ ਉਹਦੇ 'ਚ ਕੋਈ ਫਰਕ ਨਹੀਂ ਪੈਂਦਾ ਹੈ। ਅੱਗੇ ਅਗਲੇ ਸਮੇਂ 'ਚ ਵੀ ਨਾਨਕ ਹੋਸੀ ਵੀ ਸੱਚ। ਉਹ ਕਦੀ, ਕਿਉਂਕਿ ਉਹਨੂੰ ਤਾਂ ਕਿਸੇ ਨੇ ਪੈਦਾ ਹੀ ਨਹੀਂ ਕੀਤਾ, ਨਾ ਉਹਦਾ ਕੋਈ ਮਾਤਾ ਤੇ ਨਾ ਕੋਈ ਉਹਦਾ ਪਿਤਾ।
ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਕਿਨੇ ਤੈਨੂੰ ਪੈਦਾ ਕੀਤਾ। ਇਸੇ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ, ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ, ਵੀ ਨਾ ਕੋਈ ਉਹਦਾ ਪਿਤਾ ਹੈ, ਨਾ ਮਾਤਾ ਹੈ, ਨਾ ਜਾਤ ਹੈ, ਨਾ ਗੋਤ ਹੈ। ਰੱਬ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਵਾਹਿਗੁਰੂ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਫਿਰ ਮਹਾਰਾਜ ਉਹ ਕਿਸ ਤਰ੍ਹਾਂ ਹੈ? ਤੇ ਸਤਿਗੁਰੂ ਕਹਿੰਦੇ ਉਹ ਆਪਣੇ ਆਪ ਤੋਂ ਹੈ। ਸਹਿ ਭੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਪਜੀ ਸਾਹਿਬ 'ਚ ਕਥਨ ਕਰਦੇ ਨੇ, ਗਰੀਬ ਨਵਾਜ ਕਹਿੰਦੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਾ ਕਿਸੇ ਦਾ ਥਾਪਿਆ ਹੋਇਆ ਹੈ, ਜਿਵੇਂ ਕਿਸੇ ਨੂੰ ਥਾਪਿਆ ਜਾਂਦਾ ਹੈ, ਕਿਸੇ ਨੂੰ ਪੱਗ ਬੰਨੀ ਜਾਂਦੀ ਹੈ ਵੀ ਚੱਲ ਇਸ ਡੇਰੇ ਦਾ ਇਹਨੂੰ ਮੁਖੀ ਥਾਪ ਦਿੰਨੇ। ਕਿਸੇ ਨੂੰ ਥਾਪਿਆ ਜਾਂਦਾ, ਪਿਤਾ ਚੜ੍ਹਾਈ ਕਰ ਗਿਆ, ਕਹਿੰਦੇ ਪੁੱਤਰ ਨੂੰ ਪੱਗ ਦੇ ਦਿਓ ਜੀ, ਪੁੱਤਰ ਨੂੰ ਦਸਤਾਰ ਦੇ ਦਿਓ, ਪਿਤਾ ਦੀ ਥਾਂ ਤੇ ਪੁੱਤ ਨੂੰ ਥਾਪ ਦਿਓ। ਇਸ ਤਰ੍ਹਾਂ ਸੰਸਾਰ ਵਿੱਚ ਥਾਪਣ ਦੀ ਪ੍ਰਥਾ ਵੀ ਹੈ, ਪਰ ਪਰਮੇਸ਼ਰ ਦੇ ਸੰਬੰਧ ਵਿੱਚ ਤਾਂ ਨਹੀਂ ਐਸਾ ਹੈ। ਇਹ ਤਾਂ ਨਹੀਂ ਵੀ ਉਹਨੂੰ ਕੋਈ ਥਾਪ ਦਿੰਦਾ ਹੈ। ਫਿਰ ਦੂਸਰਾ ਹੈ ਕੀਤਾ, ਕੀਤੇ ਤੋਂ ਭਾਵ ਹੈ ਬਿੰਦੀ ਔਲਾਦ। ਜਿਵੇਂ ਮਾਤਾ ਪਿਤਾ ਦੇ ਸੰਬੰਧ ਤੋਂ ਪੁੱਤਰ ਦਾ ਜਨਮ ਹੈ, ਤੇ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਨੂੰ ਤਾਂ ਕਿਸੇ ਨੇ ਪੈਦਾ ਵੀ ਨਹੀਂ ਕੀਤਾ ਹੈ, ਨਾ ਉਹਨੂੰ ਕਿਸੇ ਨੇ ਥਾਪਿਆ ਹੈ, ਨਾ ਉਸ ਨੂੰ ਕਿਸੇ ਨੇ ਪੈਦਾ ਕੀਤਾ ਹੈ। ਫਿਰ ਮਹਾਰਾਜ ਉਹ ਹੈ ਕਿਸ ਤਰ੍ਹਾਂ? ਸਤਿਗੁਰੂ ਕਹਿੰਦੇ ਉਹਨੇ ਆਪਣੇ ਆਪ ਨੂੰ ਆਪ ਹੀ ਪ੍ਰਗਟ ਕੀਤਾ ਹੈ। ਇਹ ਵੀ ਉਹਦੇ ਬਾਰੇ ਕਹਿਣਾ ਪੈਂਦਾ ਵੀ ਉਹਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ। ਅਸਲ ਵਿੱਚ ਉਹ ਪੈਦਾ ਕੀਤਾ ਹੀ ਨਹੀਂ ਹੈ, ਉਹ ਸਦਾ ਹੀ ਹੈ। ਉੱਥੇ ਜਾ ਕੇ ਅੱਖਰ ਮੁੱਕ ਜਾਂਦੇ ਆ, ਉੱਥੇ ਜਾ ਕਰਕੇ ਬੁੱਧੀ ਦੀ ਸਮਝ ਮੁੱਕ ਜਾਂਦੀ ਹੈ। ਉੱਥੇ ਅਗਮ ਅਗੋਚਰ ਆਖਿਆ ਹੈ, ਉਸ ਨੂੰ ਅਚਰਜ ਆਖਿਆ ਹੈ, ਇਸੇ ਕਰਕੇ ਉਹਨੂੰ ਵਾਹਿਗੁਰੂ ਆਖਿਆ ਹੈ। ਉਹਦੇ ਵਾਸਤੇ ਵਾਹ ਵਾਹ ਹੀ ਕਿਹਾ ਜਾ ਸਕਦਾ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪੇ ਆਪ ਹੈ, ਮਾਇਆ ਮੈਲ ਤੋਂ ਰਹਿਤ। ਫਿਰ ਮਹਾਰਾਜ ਕਹਿੰਦੇ ਜਿਸ ਨੇ ਉਹਨੂੰ ਸੇਵਿਆ ਹੈ ਨਾ, ਸਿਮਰਿਆ ਹੈ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਉਹ ਗੁਣਾ ਦਾ ਖਜ਼ਾਨਾ ਹੈ, ਉਹਨੂੰ ਗਾਵੀਏ। ਉਹ ਪਰਮੇਸ਼ਰ ਸਾਰਿਆਂ ਦਾ ਖਸਮ ਹੈ, ਸਾਰਿਆਂ ਦਾ ਮਾਲਕ ਹੈ, ਸਾਰਿਆਂ ਦਾ ਪਿਤਾ ਹੈ, ਕਿਉਂਕਿ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਸਾਧ ਸੰਗਤ ਜੀ, ਉਹ ਸਾਰਿਆਂ ਦਾ ਹੀ ਖਸਮ ਹੈ, ਸਾਰਿਆਂ ਦਾ ਹੀ ਮਾਲਕ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਉਹ। ਇਹਨੇ ਤੇ ਆਪਣੇ ਇੱਕ ਫੁਰਨੇ ਮਾਤਰ ਨਾਲ ਹੀ ਕਰੋੜਾਂ ਖੰਡ ਬ੍ਰਹਿਮੰਡ ਪੈਦਾ ਕਰ ਦਿੱਤੇ। ਕਰੋੜਾਂ ਖੰਡ ਬ੍ਰਹਿਮੰਡ ਇੱਕ ਫੁਰਨੇ ਨਾਲ ਹੀ, ਇੱਕ ਅੱਖ ਝਮਕਣ ਜਿੰਨੇ ਸਮੇਂ ਵਿੱਚ ਹੀ ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਓੰਕਾਰ ਉਤਪਾਤੀ ਕੀਆ ਤਿਨਸ ਸਭ ਰਾਤੀ, ਏਕ ਕਵਾਵੈ ਤੇ ਸਭ ਹੋਆ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਕੱਲੇ ਪਾਣੀ ਦੇ ਹੀ ਨਹੀਂ, ਸਤਲੁਜ ਬਿਆਸ ਚਨਾਬ ਰਾਵੀ ਜੇਹਲਮ ਆਦਿਕ, ਕੱਲੇ ਪਾਣੀ ਦੇ ਦਰਿਆ ਹੀ ਨਹੀਂ ਉਹਨੇ ਚਲਾਏ, ਉਹਨੇ ਮਨੁੱਖਾਂ ਦੇ ਵੀ ਦਰਿਆ ਹੀ ਵੇਖੋ, ਹੜਾਂ ਦੇ ਹਾੜੀ ਤੁਰੇ ਫਿਰਦੇ। ਦਰਿਆ ਹੀ ਮਨੁੱਖਾਂ ਦੇ ਚਲਾ ਦਿੱਤੇ, ਦਰਿਆ ਹੀ ਪਸ਼ੂਆਂ ਪੰਛੀਆਂ ਦੇ ਚਲਾ ਦਿੱਤੇ, ਵਹਾ ਦਿੱਤੇ। ਦਰਿਆ ਹੀ 84 ਲੱਖ ਜੂਨਾਂ ਦੇ ਉਹਨੇ ਚਲਾ ਦਿੱਤੇ ਆ, ਪੰਜਾਂ ਤੱਤਾਂ ਦੇ। ਇੱਕੇ ਬੋਲ ਦੇ ਨਾਲ ਹੀ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਸੋ ਜਿਸ ਦੇ ਇੱਕ ਬੋਲ ਦਾ ਹੀ ਅੰਤ ਨਹੀਂ ਹੈ, ਇੱਕ ਕਵਾਵੇ ਦਾ ਹੀ ਅੰਤ ਨਹੀਂ ਹੈ। ਮਹਾਰਾਜ ਕਹਿੰਦੇ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਬਸ ਓੰਕਾਰ ਹੀ ਉਹਨੇ ਬੋਲਿਆ ਤੇ ਸਾਰੀ ਇਹ ਸ੍ਰਿਸ਼ਟੀ ਪੈਦਾ ਕਰ ਦਿੱਤੀ। ਤੇ ਸਾਰੀ ਸ੍ਰਿਸ਼ਟੀ ਦਾ ਫਿਰ ਮਾਤਾ ਵੀ ਉਹ ਹੈ, ਪਿਤਾ ਵੀ ਉਹ ਹੈ, ਖਸਮ ਵੀ ਉਹ ਆਪ ਹੀ ਹੈ। ਖਸਮ ਦਾ ਨਾਮ ਹੈ ਮਾਲਕ। ਉਹ ਮਾਲਕ ਮਹਾਰਾਜ ਕਹਿੰਦੇ ਸਾਰਿਆਂ ਦਾ ਮਾਲਕ ਪਰਮੇਸ਼ਰ ਹੈ। ਇਹੋ ਸੱਚ ਸਭਨਾ ਕਾ ਖਸਮ ਹੈ। ਇਹ ਜੋ ਸੱਚ ਹੈ ਨਾ, ਸੱਚਾ ਪਰਮੇਸ਼ਰ ਵਾਹਿਗੁਰੂ, ਉਹ ਸਾਰਿਆਂ ਦਾ ਮਾਲਕ ਹੈ ਭਾਈ। ਜਿਸ ਬਖਸ਼ੇ ਸੋ ਜਨ ਪਾਹੇ, ਜਿਸ ਨੂੰ ਉਹ ਬਖਸ਼ਿਸ਼ ਕਰੇ ਨਾ, ਜਿਸ ਨੂੰ ਬਖਸ਼ ਦਵੇ, ਉਹੀ ਉਹਦਾ ਜਨ ਬਣਦਾ ਹੈ। ਉਹੀ ਜਨ ਫਿਰ ਉਸ ਦੇ ਨਾਮ ਨੂੰ, ਉਸ ਦੇ ਜਸ ਨੂੰ ਪ੍ਰਾਪਤ ਕਰਦਾ ਹੈ। ਜਿਸ ਉੱਤੇ ਬਖਸ਼ਿਸ਼ ਕਰ ਦਵੇ, ਉਹ ਵਾਹਿਗੁਰੂ ਜੀ ਦਾ ਜਸ, ਉਹਦਾ ਸੋਹਿਲਾ, ਉਸ ਦਾ ਨਾਮ, ਉਸ ਦੀ ਬਾਣੀ, ਇਹ ਕੋਈ ਆਪਣੇ ਢੰਗ ਤਰੀਕੇ ਨਾਲ, ਆਪਣੀ ਕੋਈ ਚਲਾਕੀ ਨਾਲ, ਆਪਣੀ ਕੋਈ ਚੁਸਤੀ ਦੇ ਨਾਲ
ਜਾਂ ਦੌਲਤ ਦੇ ਵੱਟੇ ਨਹੀਂ ਖਰੀਦਿਆ ਜਾ ਸਕਦਾ ਵਾਹਿਗੁਰੂ ਦਾ ਨਾਮ। ਇਹ ਤਾਂ ਜਿਸ ਨੂੰ ਉਹ ਬਖਸ਼ ਦਵੇ ਉਹੀ ਪ੍ਰਾਪਤ ਕਰਦਾ ਹੈ। ਤਾਂ ਹੀ ਤਾਂ ਭਗਤ ਕਬੀਰ ਸਾਹਿਬ ਜੀ ਨੂੰ ਇਹ ਪ੍ਰਾਪਤ ਹੋਇਆ, ਭਗਤ ਰਵਿਦਾਸ ਸਾਹਿਬ ਜੀ ਨੂੰ, ਭਗਤ ਨਾਮਦੇਵ ਸਾਹਿਬ ਜੀ ਨੂੰ। ਜੇ ਤਾਂ ਪੈਸਿਆਂ ਦੇ ਵੱਟੇ ਇਹ ਵਾਹਿਗੁਰੂ ਜੀ ਦਾ ਜਸ ਮਿਲਦਾ ਹੁੰਦਾ ਤੇ ਫਿਰ ਤਾਂ ਭਗਤ ਕਬੀਰ ਸਾਹਿਬ ਜੀ ਨੂੰ ਨਾਮ ਮਿਲਦਾ, ਫਿਰ ਤਾਂ ਜੋੜੇ ਗੰਢਣ ਵਾਲੇ ਭਗਤ ਰਵਿਦਾਸ ਸਾਹਿਬ ਜੀ ਨੂੰ ਨਾਮ ਮਿਲਦਾ, ਫਿਰ ਤਾਂ ਕੱਪੜੇ ਉਣਨ ਵਾਲੇ ਤੇ ਕੱਪੜੇ ਧੋਣ ਵਾਲੇ ਭਗਤ ਨਾਮਦੇਵ ਸਾਹਿਬ ਜੀ ਨੂੰ ਨਾਮ ਮਿਲਦਾ। ਮਹਾਰਾਜ ਕਹਿੰਦੇ ਜਿਸ ਨੂੰ ਉਹ ਬਖਸ਼ਿਸ਼ ਕਰਦੇ ਆ ਉਹੀ ਜਨ ਉਸ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਦਾ ਭਾਈ, ਉਸ ਦੇ ਜਸ ਨੂੰ ਪ੍ਰਾਪਤ ਕਰਦਾ। ਇਹ ਕੋਈ ਰੁਪਈਆਂ ਦੇ ਵੱਟੇ ਜਾਂ ਸੋਨੇ ਚਾਂਦੀ ਦੇ ਭਾਅ ਨਹੀਂ ਮਿਲਦਾ। ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਤਾਂ ਜਿਨ੍ਹਾਂ ਨੇ ਆਪਣਾ ਮਨ ਭੇਟ ਕੀਤਾ ਨਾ, ਵਾਹਿਗੁਰੂ ਜੀ ਦਾ ਨਾਮ ਦਾ ਖਜ਼ਾਨਾ ਉਹਨਾਂ ਦੇ ਝੋਲੀ ਵਿੱਚ ਪੈਂਦਾ। ਮਨ ਦੇਣਾ ਕੀ ਹੈ? ਮਨ ਦੀ ਮੱਤ ਛੱਡਣੀ। ਮਨ ਕੀ ਮੱਤ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ। ਮਨ ਦੀ ਮਰਜ਼ੀ ਛੱਡਣੀ, ਗੁਰੂ ਕੀ ਆਗਿਆ ਵਿੱਚ, ਗੁਰੂ ਕੀ ਮਰਜ਼ੀ ਵਿੱਚ ਚੱਲਣਾ। ਫਿਰ ਜਿਸ ਨੂੰ ਵਾਹਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦਿੰਦੇ ਉਹੀ ਜਨ ਨਾਮ ਧਨ ਪ੍ਰਾਪਤ ਕਰਦਾ। ਉਸੇ ਨੂੰ ਭਾਈ ਗੁਰੂ ਕੀ ਸਿੱਖੀ ਪ੍ਰਾਪਤ ਹੁੰਦੀ ਹੈ। ਜਿਸ ਨੂੰ ਮਹਾਰਾਜ ਸਾਹਿਬ ਜੀ ਬਖਸ਼ ਦਿੰਦੇ ਹਨ ਉਸੇ ਨੂੰ ਨਾਮ ਪ੍ਰਾਪਤ ਹੁੰਦਾ ਹੈ, ਉਹੀ ਗੁਰੂ ਕੀ ਬਾਣੀ ਦਾ ਅਭਿਆਸ ਕਰਦਾ ਹੈ। ਤਾਂ ਇਹ ਸੋਨੇ ਚਾਂਦੀ ਦੇ ਭਾਅ ਨਹੀਂ ਮਿਲ ਸਕਦਾ। ਤੋ ਭਗਤਾਂ ਨੂੰ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਦਿੱਤਾ। ਲੋਕਾਂ ਨੇ ਤਾਂ ਧੱਕੇ ਹੀ ਮਾਰੇ ਸੀ। ਭਗਤ ਨਾਮਦੇਵ ਸਾਹਿਬ ਨੂੰ ਮੰਦਿਰ ਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਸੀ। ਤਾਂ ਹੀ ਉਹਨਾਂ ਨੇ ਆਪਣੀ ਬਾਣੀ 'ਚ ਇਹ ਆਖਿਆ ਨਾ ਕਿ ਹੇ ਵਾਹਿਗੁਰੂ, ਮੈਂ ਤਾਂ ਹੱਸਦਾ ਖੇਡਦਾ ਤੇਰੇ ਦਰਬਾਰ ਵਿੱਚ ਆਇਆ ਸੀ, ਇਹਨਾਂ ਨੇ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ, ਸ਼ੀਂਬਾ ਸ਼ੀਂਬਾ ਕਹਿ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰੇ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕਵਾਇਆ। ਉਲਾਮਾ ਵੀ ਦਿੱਤਾ ਭਗਤ ਨਾਮਦੇਵ ਸਾਹਿਬ ਨੇ ਰੱਬ ਨੂੰ। ਆਖਿਆ ਪਰਮੇਸ਼ਰ ਪੈਦਾ ਕਰਨ ਵਾਲਾ ਤੇ ਸਾਰਿਆਂ ਨੂੰ ਤੂੰ ਹੀ ਆ। ਜੇ ਮੈਂ ਤੇਰੀ ਭਗਤੀ ਨਹੀਂ ਕਰ ਸਕਦਾ ਮੈਨੂੰ ਫਿਰ ਸ਼ੀਂਬਿਆਂ ਦੇ ਘਰੇ ਜਨਮ ਹੀ ਕਿਉਂ ਦਿੱਤਾ। ਸ਼ੀਪੇ ਕੇ ਜਨਮ ਕਾਹੇ ਕਵਾਇਆ। ਲੈ ਕੰਬਲੀ ਚੱਲਿਓ ਪਲਟਾਏ, ਦੇਹੁਰੇ ਪਾਤਸ਼ਾਹ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਉ ਦੇਹੁਰਾ ਫਿਰੈ। ਭਗਤ ਕਬੀਰ ਸਾਹਿਬ ਜੀ ਦੇ ਨਾਲ ਵੀ ਘਿਰਨਾ ਕੀਤੀ, ਰਵਿਦਾਸ ਸਾਹਿਬ ਜੀ ਦੇ ਨਾਲ ਵੀ। ਪਰ ਇਹ ਤਾਂ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਤੇ ਪੰਜਵੇਂ ਪਾਤਸ਼ਾਹ ਨੇ ਫਰਮਾਇਆ ਕਿ ਪਰਮੇਸ਼ਰ ਨੇ ਉਹਨਾਂ ਤੇ ਬਖਸ਼ਿਸ਼ ਕਰਕੇ ਸਾਰੇ ਕਾਰਜ ਵੀ ਸਵਾਰੇ ਤੇ ਭਗਤੀ ਦਾ ਨਾਮ ਦਾ ਖਜ਼ਾਨਾ ਵੀ ਬਖਸ਼ਿਆ। ਜਿਸ ਬਖਸ਼ੇ ਸੋ ਜਨ ਪਾਵਹਿ। ਜਿਸ ਉੱਤੇ ਬਖਸ਼ਿਸ਼ ਕਰਦੇ ਉਹੀ ਜਨ ਨਾਮ ਤੇ ਵਾਹਿਗੁਰੂ ਜੀ ਦਾ ਜਸ ਕਰਨਾ ਪ੍ਰਾਪਤ ਕਰਦਾ ਹੈ। ਕਹੈ ਨਾਨਕ ਸੱਚ ਸੋਹਿਲਾ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿ ਵਾਹਿਗੁਰੂ ਪਰਮੇਸ਼ਰ ਦਾ ਜੋ ਸੱਚਾ ਸੋਹਿਲਾ ਹੈ, ਸੱਚਾ ਜਸ ਹੈ। ਸੱਚੇ ਘਰ ਗਾਵਹਿ। ਇਹ ਭਾਈ ਸੱਚੇ ਘਰ ਵਿੱਚ ਮਿਲ ਬੈਠ ਕੇ ਗਾਉਣਾ ਕਰੋ। ਸੱਚਾ ਘਰ ਕਿਹੜਾ ਹੈ? ਸਤ ਸੰਗਤ। ਸਤ ਸੰਗਤ ਵਿੱਚ ਮਿਲ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਸੱਚੇ ਜਸ ਨੂੰ ਕਰਨਾ ਕਰੀਏ। ਆਤਮਿਕ ਆਨੰਦ ਦੇਣ ਵਾਲਾ ਜੋ ਸੋਹਿਲਾ ਹੈ, ਖੁਸ਼ੀ ਦਾ ਗੀਤ ਹੈ, ਇਹ ਗਾਉਣਾ ਕਰੀਏ, ਜਿਸ ਨਾਲ ਭੌਜਲ ਤੋਂ ਪਾਰ ਹੋ ਜਾਵਾਂਗੇ। ਤੇ ਇਹ ਆਨੰਦ ਸਾਹਿਬ ਰੂਪੀ ਜੋ ਸੱਚਾ ਸੋਹਿਲਾ ਹੈ, ਇਹ ਸਤ ਸੰਗਤ ਰੂਪੀ ਸੱਚੇ ਘਰ ਵਿੱਚ ਮਿਲ ਬੈਠ ਕਰਕੇ ਗਾਉਣਾ ਕਰੀਏ। ਤੋ ਸਤਿਗੁਰੂ ਜੀ ਨੇ ਆਨੰਦ ਸਾਹਿਬ ਦੀ 39ਵੀਂ ਪੌੜੀ ਵਿੱਚ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਅਗਾਧ ਬੋਧ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਔਰ ਆਪ ਸਮੂਹ ਸੰਗਤਾਂ ਦੀ ਸੇਵਾ ਵਿੱਚ ਅਦਬ ਸਹਿਤ ਬੇਨਤੀ ਹੈ ਕਿ ਹਰੇਕ ਅਮਾਵਸ ਦੇ ਦਿਹਾੜੇ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਪੂਰਨਮਾਸ਼ੀ ਵਾਲੇ ਦਿਨ ਵੀ ਤੇ ਮੱਸਿਆ ਵਾਲੇ ਦਿਨ ਵੀ। ਜਿਨ੍ਹਾਂ ਪ੍ਰਾਣੀਆਂ ਨੇ ਹੁਣ ਦੀ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਕੇਸੀ ਇਸ਼ਨਾਨ ਕਰਕੇ 5 ਕਕਾਰੀ ਬਾਣਾ ਪਹਿਨ ਕੇ ਔਰ 5 ਪਿਆਰਿਆਂ ਦੇ ਹਾਜ਼ਰ ਹੋ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ, ਹਰ ਸਿਮਰਤ ਅਨੰਦ ਅਨੰਤਾ। ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਦੂਜੀ ਬੇਨਤੀ ਹੈ ਕਿ ਸੰਗਰਾਂਦ ਦੇ ਦਿਹਾੜੇ ਤੇ ਜਿੱਥੇ ਗੁਰਦੁਆਰਾ ਬੇਰ ਸਾਹਿਬ ਜੀ ਵਿਖੇ ਦੀਵਾਨ ਸਜਦੇ ਹਨ, ਉੱਥੇ ਵਿਸ਼ੇਸ਼ ਕਰਕੇ ਐਤਕੀ ਸੰਗਰਾਂਦ ਦੇ ਦਿਹਾੜੇ ਤੇ ਸ਼ਾਮ ਨੂੰ ਸੋਦਾ ਰਹਿਰਾ ਸਾਹਿਬ ਜੀ ਦੀ ਸਮਾਪਤੀ ਤੋਂ ਉਪਰੰਤ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਵਿਖੇ
2 ਘੰਟੇ ਦਾ ਗੁਰਮਤਿ ਸਮਾਗਮ ਹੋਵੇਗਾ। ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ। ਸਮੂਹ ਸੰਗਤਾਂ ਨੇ ਪਰਿਵਾਰਾਂ ਸਮੇਤ ਚੇਤ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਤੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਵਿਖੇ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਉਸ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰ ਹੋ ਕੇ ਪਰਿਵਾਰਾਂ ਸਮੇਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਔਰ ਇਹ ਜਿਹੜਾ ਚੇਤ ਦਾ ਮਹੀਨਾ ਆਉਣ ਵਾਲਾ ਹੈ ਨਾ ਸਾਧ ਸੰਗਤ ਜੀ, ਇਹ ਸਾਡਾ ਗੁਰਸਿੱਖਾਂ ਦਾ ਨਵਾਂ ਸਾਲ ਹੈ। ਜਿਵੇਂ ਜਨਵਰੀ ਆਰੰਭ ਹੁੰਦੀ ਤੇ ਸਾਰੇ ਵਧਾਈਆਂ ਵੀ ਦਿੰਦੇ ਆ ਨਵਾਂ ਸਾਲ ਦੀਆਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਧੰਨ ਗੁਰੂ ਨਾਨਕ ਸਾਹਿਬ ਜੀ ਨੇ 12 ਮਾਹ ਦਾ ਉਚਾਰਨ ਕੀਤਾ ਤੇ ਪਹਿਲਾ ਮਹੀਨਾ ਚੇਤ ਦਾ ਹੈ। ਪੰਜਵੇਂ ਪਾਤਸ਼ਾਹ ਨੇ 12 ਮਾਹ ਬਾਣੀ ਉਚਾਰਨ ਕੀਤੀ ਹੈ, ਪਹਿਲਾ ਮਹੀਨਾ ਚੇਤ ਦਾ ਹੈ। ਗੁਰਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਦੇ ਮੁਤਾਬਕ ਚੇਤ ਮਹੀਨੇ ਤੋਂ ਨਵੇਂ ਸਾਲ ਦੀ ਆਰੰਭਤਾ ਹੈ। ਔਰ ਸਾਰੇ ਨਗਰਾਂ ਵਿੱਚ ਇਹ ਸਾਧ ਸੰਗਤ ਜੀ ਸਾਨੂੰ ਚੇਤ ਮਹੀਨੇ ਤੋਂ ਨਵਾਂ ਸਾਲ ਮਨਾਉਣਾ ਚਾਹੀਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ, ਗੁਰੂ ਕਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਸੇ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਬੁਲਾਈਏ ਜੀ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।